जो धन गुरु ग्रंथ साहिब पातशाह जी की बाणी दियां लड़ीवार विचारां रोजाना आप संगतां गुरु दरबार अंदर जुड़ करके और अपने अपने घरां विच बैठ करके इस स्थान तो सरवण करदियां हो। उन्हां चल रहीआं लड़ीवार गुरबाणी विचारां दे नाल सांझ पाइए। विचारां दी आरंभता तो पहलां सतगुरु धन गुरु ग्रंथ साहिब जी किरपा करन, अपना मेहर भरिया हथ सिर ते रखण। मालिक जी आप रसना उत्ते वरत के अपनी बाणी अपने शब्द दी विचार आप करवा लैण और आप सरबत संगत बख्शो असीस कोई रसना वांझी ना रहे। दोवे हथ जोड़ अपनियां मन और बिरतियां नूं एकागर करदियां होइयां लवाओ गुरु चरनां विच हाज़री। अदब सहित सरबत संगत मिल करके उचारण करो जी सतनाम श्री वाहे गुरु साहिब जी। एक बार फिर करो रसनावां पवित्र और मिलके आखो जी सतनाम श्री वाहे गुरु साहिब जी। वाहिगुरु साहिब जी। एक ओंकार सत गुर प्रसाद। श्री राग महला पहला घर तीजा। एह जगत भरम भुलाया आपहो तुध खुआया। प्रताप लगा दुहागणी भाग जिना के नाह जियो। जिस पावन शब्द दा पाठ आप संगत ने बड़े अदब सत्कार दे नाल प्यार सहित मानयोग भाई साहब होरां पासों सरवण कीता है, ये पावन वचन सतगुरु धन गुरु नानक साहिब जी के मुखार बिन तो उचारण किए हुए श्री राग दे अंदर गुरु ग्रंथ साहिब पातशाह जी के पावन अंग 71, 72 और 73 के ऊपर सुभाईमान है। इस पावन शब्द के अंदर जो धन गुरु नानक साहिब जी ने अज उपदेश सानू बख्शिश किया है, इहदे विच मालिक जी ने सब तो पहला जिक्र किया कि ये सारे दा सारा जगत जिहड़ा है भरम दे विच भुलिया होया है। और भरम दे विच भुलिया होया खुआर हो रहा।
ਜਿੱਥੇ ਖੁਆਰ ਹੋ ਰਿਹਾ ਹੈ ਇਹ ਜਗਤ, ਉੱਥੇ ਤਾਪਾਂ ਦੇ ਵਿੱਚ ਗਰਸਿਆ ਪਿਆ। ਜਿਸ ਕਰਕੇ ਗੁਰੂ ਸਾਹਿਬ ਕਹਿੰਦੇ ਵੀ ਭਾਗ ਬੜੇ ਮੰਦੇ ਜਿਹੇ ਬਣ ਚੁੱਕੇ ਨੇ। ਜਿਵੇਂ ਸੰਸਾਰਕ ਤੌਰ ਤੇ ਆਪਾਂ ਵੇਖੀਏ ਵੀ ਇੱਕ ਮੁਸ਼ਕਲ ਨਾਲ ਜੀਵ ਮਨੁੱਖ ਉਹਦੇ 'ਚ ਉਲਝਿਆ ਪਿਆ। ਅਜੇ ਉਸ ਮੁਸ਼ਕਲ ਤੋਂ ਬਾਹਰ ਨਹੀਂ ਨਿਕਲਿਆ, ਨਾਲ ਹੀ ਦੂਜੀ ਆਣ ਪਏ, ਉਹਦੇ ਵੱਲੋਂ ਜਾਂਦਾ। ਹੁਣ ਦੋ ਮੁਸ਼ਕਲਾਂ ਨਾਲ ਜੂਝ ਰਿਹਾ, ਤੀਜੀ ਫੇਰ ਆਣ ਪਏ। ਸਹਿਜ ਸੁਭਾ ਜ਼ਬਾਨ ਕਹਿੰਦੀ ਵੀ ਮੇਰੇ ਤੇ ਭਾਗ ਹੀ ਮਾੜੇ। ਸਹਿਜ ਸੁਭਾ, ਚਾਹੇ ਕਿਸੇ ਨੇ ਕੁਝ ਨਾ ਆਖਿਆ ਹੋਵੇ, ਮਨੁੱਖ ਆਪੇ ਹੀ ਬੋਲ ਉੱਠਦਾ ਵੀ ਮੇਰੇ ਤੇ ਭਾਗ ਹੀ ਬੜੇ ਮਾੜੇ, ਵੀ ਇੱਕ ਮੁਸ਼ਕਲ ਹੱਲ ਨਹੀਂ ਹੁੰਦੀ, ਦੂਜੀ ਆਣ ਪੈਂਦੀ ਹੈ। ਉਹਦਾ ਅਜੇ ਕੋਈ ਸਲਿਊਸ਼ਨ ਨਹੀਂ ਨਿਕਲਿਆ, ਆ ਇੱਕ ਨਵੀਂ ਮੁਸੀਬਤ ਆ ਖੜੀ ਹੋਈ। ਸਤਿਗੁਰੂ ਜੀ ਨੇ ਇਸੇ ਚੀਜ਼ ਨੂੰ ਅੱਜ ਸਾਡੇ ਸਾਹਮਣੇ ਰੱਖਿਆ। ਔਰ ਇੱਕ ਖਿਆਲ ਰੱਖਿਓ, ਇਸ ਪਾਵਨ ਸ਼ਬਦ ਦੇ ਜੋ ਰਹਾਉ ਦੀ ਪੰਕਤੀ ਵਿੱਚ ਸਤਿਗੁਰੂ ਨੇ ਉਪਦੇਸ਼ ਦਿੱਤਾ ਨਾ, ਉਹਦੇ ਵਿੱਚ ਮੱਲ ਕਹਿੰਦੇ ਹਉ ਵਾਰੀ ਹਉ ਵਾਰਨੈ ਨਾਮ ਤੇਰੇ ਨਾਮ ਨੂੰ, ਵੀ ਮੈਂ ਤੇਰੇ ਨਾਮ ਤੋਂ ਕੁਰਬਾਨ ਜਾਣਾ। ਕੁਰਬਾਨ ਤੇਰੇ ਨਾਮ ਨੂੰ। ਇਹ ਜਗਤ ਭਰਮ ਭੁਲਾਇਆ, ਇਹ ਪਹਿਲੀ ਮੁਸ਼ਕਲ ਹੈ। ਆਪੋਂ ਤੁਧ ਖੁਆਇਆ, ਆਪਣੇ ਤੋਂ ਖੁਆਰ ਕੀਤਾ ਹੋਇਆ, ਦੂਜੀ ਮੁਸ਼ਕਲ ਹੈ। ਫਿਰ ਤੀਜੀ ਮੁਸੀਬਤ, ਤੀਜੀ ਮੁਸ਼ਕਲ ਆ ਪੈਂਦੀ, ਪ੍ਰਤਾਪ ਲੱਗਾ ਦੁਹਾਗਣੀ। ਤੇ ਅਖੀਰ ਤੇ ਆ ਕੇ ਕੀ ਕਹਿੰਦੇ ਸਾਹਿਬ, ਭਾਗ ਜਿਨ੍ਹਾਂ ਕੇ ਨਾਹੀਂ ਜੀਓ। ਪਹਿਲੋਂ ਤੇ ਜਗਤ ਭਰਮ ਦੇ ਵਿੱਚ ਹੈ ਨਾ, ਭੁੱਲਿਆ ਪਿਆ, ਭਟਕੀ ਜਾਂਦਾ। ਭਰਮ ਹੈ ਕੀ? ਜੋ ਮੰਨਦੇ ਆ ਉਹ ਹੈ ਨਹੀਂ, ਤੇ ਜੋ ਹੈ ਉਹਨੂੰ ਮੰਨਿਆ ਨਹੀਂ। ਇਹਨੂੰ ਭਰਮ ਕਹਿੰਦੇ ਨੇ। ਜਿਵੇਂ ਅਸੀਂ ਇਮੈਜਿਨ ਕਰਕੇ ਕੋਈ ਵੀ ਵਸਤੂ ਆਪਣੇ ਸਾਹਮਣੇ ਇਮੈਜਿਨ ਕਰਕੇ ਬੈਠ ਜਾਈਏ ਵੀ ਮੇਰੇ ਸਾਹਮਣੇ ਇਹ ਵਸਤੂ ਪਈ ਹੈ, ਇੱਕ ਬੰਦੇ ਦੀ ਇਮੈਜੀਨੇਸ਼ਨ ਹੈ, ਇੱਕ ਬੰਦੇ ਦੀ ਉਹ ਸੋਚ ਹੈ ਵੀ ਮੇਰੇ ਸਾਹਮਣੇ ਇਹ ਵਸਤੂ ਪਈ ਹੈ। ਹੁਣ ਉਹ ਦੂਜਿਆਂ ਨੂੰ ਆਖੇਗਾ ਵੀ ਮੇਰੇ ਸਾਹਮਣੇ ਆਹ ਵਸਤੂ ਪਈ ਹੈ, ਬਾਕੀ ਸਾਰੇ ਕਹਿਣਗੇ ਵੀ ਨਹੀਂ ਤੇਰਾ ਭਰਮ ਹੈ। ਮਤਲਬ ਤੂੰ ਸੋਚ ਕੇ ਬੈਠਾ ਤੇਰਾ ਭਰਮ ਹੈ, ਸਾਨੂੰ ਨਹੀਂ ਦਿਸੀ ਉਹ ਵਸਤੂ ਜਿਹੜੀ ਮੰਨ ਰਹੇ ਆ ਪਰ ਹੈ ਨਹੀਂ, ਤੇ ਜੋ ਹੈ ਉਹਨੂੰ ਮੰਨਣਾ ਨਹੀਂ। ਇੱਕ ਵਸਤੂ ਸਾਹਮਣੇ ਪਈ ਹੋਵੇ, ਪਦਾਰਥ ਸਾਹਮਣੇ ਪਿਆ ਹੋਵੇ, ਤੇ ਬੰਦਾ ਕਹੇ ਮੈਨੂੰ ਤਾਂ ਦਿਸਦਾ ਹੀ ਨਹੀਂ, ਉਹ ਫੇਰ ਕਹਿੰਦੇ ਵੀ ਤੇਰਾ ਭਰਮ ਹੈ, ਸਾਹਮਣੇ ਤੇ ਵਸਤੂ ਪਈ। ਜਿਹਨੂੰ ਬਾਬਾ ਰਵਿਦਾਸ ਜੀ ਨੇ ਸਮਝਾਇਆ ਨਾ, ਮਾਧਵੇ ਕਿਆ ਕਹੀ ਹੈ ਭ੍ਰਮ ਐਸਾ, ਜੈਸਾ ਮਾਨੀਏ ਹੋਏ ਨਾ ਤੈਸਾ। ਬਸ ਇਹਨੂੰ ਭਰਮ ਕਹਿੰਦੇ ਨੇ। ਉਹ ਚਾਹੇ ਕੁਛ ਹੋਵੇ, ਉਹ ਬਾਪੂ ਜੀ ਨੇ ਮੁੜ ਕੇ ਭਗਤ ਰਵਿਦਾਸ ਜੀ ਨੇ ਉਹਦੇ ਚ ਉਦਾਹਰਨਾਂ ਤਾਂ ਦਿੱਤੀਆਂ, ਪਰ ਉਹਦੇ ਤੋਂ ਇਲਾਵਾ ਵੀ ਅਸੀਂ ਜੇ ਕਿਸੇ ਵਸਤੂ ਨੂੰ, ਕਿਸੇ ਪਦਾਰਥ ਨੂੰ, ਜਾਂ ਕਿਸੇ ਸਿਚੁਏਸ਼ਨ ਨੂੰ, ਕਿਸੇ ਹਾਲਾਤ ਨੂੰ ਅਸੀਂ ਇਮੈਜਿਨ ਕਰਕੇ ਬੈਠੇ ਆ ਨਾ, ਤੇ ਉਹ ਸਾਡੀ ਇਮੈਜੀਨੇਸ਼ਨ ਸਾਡੇ ਭਰਮ ਦਾ ਸਬੂਤ ਹੈ, ਪ੍ਰੂਫ ਹੈ ਵੀ ਅਸੀਂ ਭਰਮ ਵਿੱਚ ਆ, ਕਿਉਂਕਿ ਜੋ ਅਸੀਂ ਸੋਚ ਕੇ ਬੈਠੇ ਆ ਉਹ ਹੈ ਕੋਈ ਨਹੀਂ। ਉੱਥੇ ਹੁਣ ਗੁਰੂ ਸਾਹਿਬ ਜੀ ਨੇ, ਬਾਬਾ ਜੀ ਨੇ ਉਦਾਹਰਨ ਕੀ ਦਿੱਤੀ ਵੀ ਇੱਕ ਰਾਜਾ ਸਿੰਘਾਸਣ ਤੇ ਸੁੱਤਾ, ਵੀ ਇਹ ਵੀ ਨਹੀਂ ਆਪਣੇ ਰਾਜ ਮਹਿਲਾਂ ਵਿੱਚ ਆਰਾਮ ਪਕਸ਼ ਵਿੱਚ ਸੁੱਤਾ, ਸਿੰਘਾਸਣ ਤੇ ਸੁੱਤਾ ਹੈ, ਰਾਜ ਗੱਦੀ ਤੇ ਬੈਠਾ। ਉਹ ਰਾਜ ਗੱਦੀ ਤੇ ਬੈਠਾ ਬੈਠਾ ਸੌਂ ਗਿਆ। ਉਹ ਰਾਜ ਗੱਦੀ ਤੇ ਬੈਠਾ ਸੁੱਤਾ, ਸੁਪਨੇ ਵਿੱਚ ਕੀ ਵੇਖਦਾ ਵੀ ਮੇਰੇ ਤੇ ਹੱਥ 'ਚ ਠੂਠਾ ਫੜਿਆ,
मेरे ते कपड़े भी पाटे पाए, सिर उपरली दस्तार किथे चमकदार कलगी वाली होनी चाहिए सी, ते सिर उपरली दस्तार दा कपड़ा भी पाटा पिया। भिखारी सुपने च तो भीख मंगण वाला ही नजर आया ना, जो भीख मंगण उठ पिया, फिर अपने अल झात मारी, अपने कपड़ियां वल वेख्या ते अपने आस पास वेख्या भी उदा ही वजीर बैठे, उदा ही मैं सिंघासन ते बैठा, मेरी पोशाक भी बड़ी वधिया। मन नूं तरवास हो गया। फिर कहने भी मेरा तो भुलेखा सी, एक सुपना सी, भरम। बापू जी ने इसे करके सानू समझाउंदियां आखिया, कहंदे ज्यों सुपना अर पेखना ऐसे जग को जान। इस जगत नूं इदां मन जिवें सुपना वेखना है। ते इन्हां दे विचों सच की है? कुछ भी नहीं। हुण असीं मन के की बैठे आ, जो छड्डना सो अस्थिर कर मानै, जो होवन सो दूर परानै, छोड़ जाए तिसका श्रम करे, संग सहाई तिस पर हरै। भरम। अक्सर आपां भाई गुरदास जी का एक पावन बचन साझा करते हैं। जदों भरम की गल करिए, जैसे बैल तेली को जानत कई कोस चलियो, नैन उघरत वहीं ठाऊं ही ठिकानो है। जैसे जेवरी बटत आंद्रो अचिंत चिंत, खात जात बशरे टटोरे पछतानो है। जैसे मृग तृष्णा लौ धावै, मृग त्रिखावंत। हुण ओह मृग जिहड़ा है ओह मृग तृष्णा करके भज्जिया फिरदा, त्रिखा दे नाल जूझ रिहा, प्यास नाल जूझ रिहा, भज्जिया ही फिरदा। अखीर मिलदा की? प्राण ही गवा बैठदा, अपनी जान ही गवा बैठदा। इसे तरह ही भाई गुरदास जी कहते भी सुपने दे विच ही, तैसे सुपनंतर दिसंतर बिहाए गई, पहुंच ना सकियो ताहां जहां मोहे जानो है। भी जिथे जाना सी उत्थे नहीं पहुंच सकिया, बस भरम ही पाल के बैठा रहा भी मैं मंजिल ते बैठा। साडा भी ते भरम ही है भी दुनिया ते आगे बस मंजिल है, किसी पोस्ट ते बह के साडी मंजिल है। एक भरम है, जेड़ा इस भरम नूं खत्म कर लैंदा वो अगांह दी सोचदा भी ये मेरी मंजिल नहीं, अजे मंजिल दूर है, वो अगांह तुरिया जांदा। ते जेड़ा मन के बह जे भी मेरी मंजिल है, वो उत्थे ही रह जांदा। वो संतुष्ट है ना अपनी मंजिल तो। और जेड़े मील पत्थर ते बैठा, बस वो मील पत्थर नूं ही वो मंजिल मन के बैठा है। ते जेड़ा मील पत्थर नूं मंजिल मन के बैठ जाए, उन्होंने सियाणा कौन कहंदा? हुण उहने अपने आले दुआले की कर लिया? मील पत्थर दे उत्ते ही अपने आले दुआले एक इमेजिनेशन कर ली भी आपां मंजिल ते पहुंच गए। जदों कोई भला पुरुष उथों गुजरेगा तो उन्होंने पूछेगा भी सज्जना तू इत्थे क्यों बैठा है? वो कहेगा मैं अपनी मंजिल ते बैठा। तो भला पुरुष कहेगा सज्जना मंजिल नहीं, मील पत्थर है, तेरा भरम है कि तू इत्थे बैठा है, इदों अगांह चल। इसे तरह सानू साडी जिंदगी विच ना चार टके शोहरत मिल जे ते असीं कहने आ भी रब ने ते सानू ही बनाया, रब ने ते होर कोई पैदा ही नहीं कीता। फिर वो असीं अपने आले दुआले चौगिरदे एक इमेजिनेशन बना ली
ਮਿੱਥ ਲਿਆ ਵੀ ਅਸੀਂ ਆ ਬੜੀ ਸ਼ਾਨੋ ਸ਼ੌਕਤ ਸਾਡੀ, ਸਾਨੂੰ ਰੱਬ ਨੇ ਬਹੁਤ ਸੁੰਦਰ ਕਾਇਆ ਦੇ ਕੇ ਨਵਾਜਿਆ। ਅਸੀਂ ਇੱਕ ਇਮੈਜੀਨੇਸ਼ਨ ਬਣਾ ਕੇ ਉਸੇ ਮੀਲ ਪੱਥਰ ਤੇ ਬਹਿ ਗਏ, ਚਾਰ ਟਕੇ ਮਿਲ ਗਏ, ਸ਼ਾਨੋ ਸ਼ੌਕਤ ਮਿਲ ਗਈ, ਆਪਾਂ ਰੱਬ ਨੂੰ ਰੱਬ ਸਮਝਣਾ ਛੱਡਤਾ। ਫਿਰ ਗੁਰੂ ਆਉਂਦੇ ਨੇ, ਭਲਾ ਪੁਰਸ਼, ਉਹ ਆ ਕੇ ਕਹਿੰਦਾ ਵੀ ਤੂੰ ਕੀ ਬੈਠਾ ਇੱਥੇ? ਇਹ ਅੱਗੋਂ ਕਹਿੰਦਾ ਮੈਂ ਸਿਕਦਾਰ ਹੁੰਨਾ, ਮੈਂ ਚੌਧਰੀ ਹੁੰਨਾ। ਮਾਲਕ ਕਹਿੰਦੇ ਵੀ ਨਜ਼ਰ ਤੇ ਆਉਂਦਾ ਨਹੀਂ ਕੁਛ ਵੀ, ਨਾ ਤੇਰੀ ਸਿਕਦਾਰੀ ਦਿਸੀ, ਨਾ ਤੇਰਾ ਚੌਧਰੀ ਪੁਣਾ ਦੱਸਿਆ, ਵੀ ਤੇਰਾ ਭਰਮ ਹੈ, ਇਹਨੂੰ ਛੱਡ। ਕਿਉਂਕਿ ਆ ਜੋ ਤੂੰ ਲਈ ਫਿਰਦਾ ਨਾ, ਕੋ ਹਰ ਸਮਾਨ ਨਹੀਂ ਰਾਜਾ। ਭਰਮ ਕੀ ਸੀ? ਮੈਂ ਰਾਜਾ। ਬਾਪੂ ਜੀ ਕਹਿੰਦੇ ਇਹ ਭੂਪਤ ਸਭ ਦਿਵਸ ਚਾਰ ਕੇ, ਕਹਿੰਦੇ ਮੈਂ ਇਹ ਨਹੀਂ ਕਹਿੰਦਾ ਵੀ ਤੂੰ ਰਾਜਾ ਨਹੀਂ ਹੈ, ਪਰ ਜਿਹੜਾ ਤੇਰਾ ਰਾਜ ਹੈ ਨਾ ਬਸ 4 ਦਿਨਾਂ ਦਾ ਹੀ ਹੈ। ਜਿੱਦਣ ਕੋਈ ਤੇਰੇ ਤੋਂ ਚੰਗਾ ਜ਼ੋਰਦਾਰ ਭਲਵਾਨ ਤੇਰੇ ਤੋਂ ਕੋਈ ਆ ਗਿਆ, ਅਗਲੇ ਨੇ ਤੈਨੂੰ ਥੱਲੇ ਲਾ ਲੈਣਾ। ਕਿੱਥੇ ਗਿਆ ਤੇਰਾ ਰਾਜ? ਇਹ ਭੂਪਤ ਸਭ ਦਿਵਸ ਚਾਰ ਕੇ ਝੂਠੇ ਕਰਤ ਦਿਵਾਜਾ, ਇਹ ਝੂਠੇ ਦਾਅਵੇ ਹੀ ਕਰੀ ਜਾਂਦੇ ਨੇ, ਇਹ ਤੋਂ ਵੱਧ ਕੇ ਕੁਝ ਵੀ ਨਹੀਂ। ਇਹ ਜਗਤ ਭਰਮ ਭੁਲਾਇਆ, ਬਸ ਇਸੇ ਭਰਮ ਵਿੱਚ ਹੀ ਭੁੱਲਿਆ, ਇਸੇ ਭਰਮ ਦੇ ਵਿੱਚ ਹੀ ਫਸਿਆ ਪਿਆ। ਹੁਣ ਭਰਮ ਵਿੱਚ ਫਸਿਆ ਹੋਇਆ ਹੋ ਕੀ ਰਿਹਾ? ਆਪੋਂ ਤੁਧ ਖਵਾਇਆ, ਖੁਆਰ ਹੋ ਰਿਹਾ। ਭਰਮ ਨੂੰ ਅਸੀਂ ਭਟਕਣਾ ਵੀ ਕਹਿ ਸਕਦੇ ਹਾਂ। ਅਸੀਂ ਰਾਹ ਭਟਕ ਜਾਈਏ, ਭੁੱਲ ਜਾਈਏ ਤੇ ਕੀ ਹੋਏਗਾ? ਜਦੋਂ ਮੰਜ਼ਿਲ ਤੇ ਪਹੁੰਚ ਜੀਦਾ ਨਾ, ਫਿਰ ਹੋਰ ਕੁਝ ਦਸੀਏ ਨਾ ਦਸੀਏ, ਸਭ ਤੋਂ ਪਹਿਲੋਂ ਜਾ ਕੇ ਇਹੀ ਦਸੀਦਾ ਵੀ ਅੱਜ ਬੜਾ ਖਵਾਰ ਹੋਏ। ਰਾਹ 'ਚ ਕੀ ਹੋਇਆ, ਕੀ ਨਹੀਂ ਹੋਇਆ, ਕਿਵੇਂ ਕੀ ਕੁਝ ਵਾਪਰਿਆ, ਨਹੀਂ, ਸਭ ਤੋਂ ਪਹਿਲੋਂ ਜਾ ਕੇ ਅੱਜ ਤੇ ਅਸੀਂ ਰਾਹ ਹੀ ਖੁੰਝ ਗਏ, ਐਸਾ ਖੁੰਝੇ, ਬੜਾ ਭਟਕਣਾ, ਖੁਆਰ ਬਹੁਤ ਹੋਣਾ ਪਿਆ, ਮਸਾਂ ਹੀ ਪਹੁੰਚੇ। ਬਾਪੂ ਜੀ ਕਹਿੰਦੇ ਆਪੋਂ ਤੁਧ ਖਵਾਇਆ। ਰੱਬ ਜੀ ਤੁਸੀਂ ਆਪਣੇ ਤੋਂ ਜੀਵ ਨੂੰ ਖੁਆਰ ਕੀਤਾ ਹੋਇਆ, ਮਤਲਬ ਤੁਹਾਡੇ ਤੋਂ ਭੁੱਲਿਆ ਹੋਇਆ, ਤੇ ਕੀ ਹੋ ਰਿਹਾ? ਹਰ ਬਿਸਰਤ ਸਦਾ ਖੁਆਰੀ। ਤਾਕੋ ਧੋਖਾ ਕਹਾ ਵਿਆਪੈ ਜਾਕੋ ਓਟ ਤੁਹਾਰੀ। ਬਿਨ ਸਿਮਰਨ ਜੋ ਜੀਵਨ ਬਲਨਾ ਸਰਪ ਜੈਸੇ ਅਰ ਜਾਰੀ। ਰਹਾਉ ਦੀ ਪੰਕਤੀ ਕੀ ਕਹਿ ਰਹੀ? ਹਉ ਵਾਰੀ ਹਉ ਵਾਰ ਨੇ ਕੁਰਬਾਨ ਤੇਰੇ ਨਾਮ ਨੂੰ। ਆਪੋਂ ਤੁਧ ਖਵਾਇਆ। ਰੱਬ ਜੀ ਤੁਸੀਂ ਇਹ ਜੀਵ ਨੂੰ ਨਾ ਆਪਣੇ ਤੋਂ ਭੁਲਾਇਆ ਹੋਇਆ, ਜਾਂ ਇਉਂ ਕਹਿ ਲਈਏ ਵੀ ਤੁਹਾਡੇ ਤੋਂ ਭੁੱਲਿਆ, ਖਵਾਇਆ, ਖੁਆਰ ਹੋ ਰਿਹਾ। ਕਦੇ ਕਿਸੇ ਪਾਸੇ ਨੂੰ ਦੌੜਿਆ ਜਾਂਦਾ, ਕਦੇ ਕਿਸੇ ਪਾਸੇ ਨੂੰ ਦੌੜਿਆ ਜਾਂਦਾ। ਔਰ ਉਹ ਜਿਸ ਪਾਸੇ ਨੂੰ ਦੌੜਦਾ ਨਾ, ਉਹ ਉਸ ਦਰਵਾਜ਼ੇ ਵੱਲ ਨੂੰ ਜਾਂਦਾ, ਪਤਾ ਕੀ ਕਹਿੰਦਾ? ਬਸ ਆਹੀ ਦਰਵਾਜ਼ਾ ਆਖਰੀ ਹੈ, ਇਦੋਂ ਗਾਂਹ ਨਹੀਂ ਕੁਛ, ਮੇਰੀ ਮੰਜ਼ਿਲ ਹੈ। ਜਦੋਂ ਉੱਥੇ ਜਾਂਦਾ, ਉੱਥੇ ਬਹਿੰਦਾ, ਉਹ 4 ਦਿਨਾਂ ਬਾਅਦ ਪਤਾ ਲੱਗਦਾ ਵੀ ਇਹ ਵੀ ਉਹੋ ਜਿਹਾ ਝੂਠਾ ਹੀ ਹੈ। ਇਸੇ ਕਰਕੇ ਤੇ ਭੱਟ ਸਾਹਿਬਾਨਾਂ ਨੂੰ ਕਹਿਣਾ ਪਿਆ ਨਾ, ਬਰਸ ਏਕ ਹੋਂ ਫਿਰਿਓ ਕਿਨੈ ਨਾ ਪਰਚੋ ਲਾਇਓ, ਕਹਿਤਿਓ ਕਹਿਤ ਸੁਣੀ ਰਹਿਤ ਕੋ ਖੁਸ਼ੀ ਨਾ ਆਇਓ। ਦੇਖੇ ਤੇ ਬਹੁਤ ਸੰਨਿਆਸੀ ਤਪਸੀ ਮੁਖੋਂ ਇਹ ਪੰਡਤ ਮਿੱਠੇ, ਪਰ ਮੰਜ਼ਿਲ ਕੋਈ ਨਹੀਂ ਸੀ। ਕਹਿਣ ਵਾਲੇ ਹੀ ਸੀ ਸਾਰੇ, ਗੱਲਾਂ ਕਰਨ ਵਾਲੇ ਹੀ ਸੀ। ਜਦੋਂ ਗੱਲਾਂ ਕਰਨ ਵਾਲੇ ਵੇਖੇ, ਅਗਲਿਆਂ ਨੇ ਇਮੈਜੀਨੇਸ਼ਨ ਕੀਤੀ ਹੋਈ ਸੀ ਨਾ ਵੀ ਸਾਡੇ ਕੋਲ ਧਰਮ ਦਾ ਟਿਕਾਣਾ ਹੈ, ਅਸੀਂ ਮੰਜ਼ਿਲ ਤੇ ਬੈਠੇ ਹਾਂ। ਕਹਿੰਦੇ ਜਦੋਂ ਪਹੁੰਚੇ ਉੱਥੇ ਜਾ ਕੇ ਅਗਲਿਆਂ ਨੂੰ ਟਟੋਲ ਕੇ ਵੇਖਣਾ, ਜਦੋਂ ਉਹਨਾਂ ਦੀ ਪੜਚੋਲ ਕਰਕੇ ਵੇਖਣੀ, ਤੇ ਫਿਰ ਕੀ ਨਜ਼ਰ ਪੈਣਾ? ਇਹ ਵੀ ਇੱਕ ਭਰਮ ਹੀ ਪਾਲੀ ਬੈਠਾ ਹੈ। ਚਾਹੇ ਕੋਈ ਸੰਨਿਆਸੀ ਸੀ, ਚਾਹੇ ਕੋਈ ਤਪਸੀ ਸੀ, ਚਾਹੇ ਕੋਈ ਗਿਆਨਵਾਨ ਸੀ, ਚਾਹੇ ਕੋਈ ਧਰਮ ਦਾ ਆਗੂ ਕਿਉਂ ਨਹੀਂ ਸੀ ਅਖਵਾਉਂਦਾ, ਜਦੋਂ ਉਹਨਾਂ ਨੂੰ ਟਟੋਰ ਕੇ ਵੇਖਿਆ
ਤੇ ਬਾਪੂ ਜੀ ਕੋਲ ਆ ਕੇ ਭੱਟ ਸਾਹਿਬਾਨ ਗੁਰੂ ਅਰਜਨ ਸਾਹਿਬ ਕੋਲ ਆ ਕੇ ਕੀ ਕਹਿੰਦੇ, ਮਾਲਕ ਜੀਓ ਉਹ ਸਾਰੇ ਆਪਣੇ ਦੁਆਲੇ ਦੁਆਲੇ ਆਪਣੀ ਦੁਨੀਆ ਬਣਾ ਕੇ ਬੈਠੇ, ਉਹਦੇ ਵਿੱਚ ਹੀ ਉਹ ਆਪਣੇ ਆਪ ਨੂੰ ਹੁਣ ਜਿਹੜਾ ਬੰਦਾ ਆਪਣੀ ਦੁਨੀਆ ਬਣਾ ਕੇ ਸੰਤੁਸ਼ਟ ਹੈ ਨਾ, ਖਿਆਲ ਰੱਖਿਓ ਉਹ ਦੂਜੇ ਪਰਸਨ ਨੂੰ ਸੰਤੁਸ਼ਟ ਨਹੀਂ ਕਰ ਸਕਦਾ। ਉਹ ਸੰਤੁਸ਼ਟ ਉਹਦੇ ਕੋਲ ਉਹੀ ਹੋਏਗਾ ਜਿਹੜਾ ਉਦਾਂ ਦੀ ਦੁਨੀਆ ਨੂੰ ਆਪਣੇ ਖਿਆਲਾਂ 'ਚ ਬਣਾ ਕੇ ਬੈਠਾ ਹੈ, ਦੂਜਾ ਨਹੀਂ ਕੋਈ ਹੋ ਸਕਦਾ। ਜਿਹਦੇ ਖਿਆਲਾਤਾਂ ਦੀ ਦੁਨੀਆ ਕੋਈ ਹੋਰ ਹੈ, ਉਹ ਦੂਸਰੇ ਖਿਆਲਾਤਾਂ ਦੀ ਦੁਨੀਆ ਵਿੱਚ ਕਦੇ ਸੰਤੁਸ਼ਟ ਨਹੀਂ ਹੋ ਸਕਦਾ। ਸੰਤੁਸ਼ਟੀ ਉੱਥੇ ਹੀ ਹੋਏਗੀ ਜਿੱਥੇ ਉਹ ਆਪਣੇ ਖਿਆਲਾਤਾਂ ਵਰਗੀ ਦੁਨੀਆ ਵੇਖ ਲਏਗਾ। ਉੱਥੇ ਜਾ ਕੇ ਉਹ ਵੀ ਮੀਲ ਪੱਥਰ ਦਾ ਪਾਂਧੀ ਬਣਨ ਦੀ ਬਜਾਏ ਮੰਜ਼ਿਲ ਸਮਝ ਕੇ ਬਹਿ ਜਾਏਗਾ। ਪਰ ਤੁਰਨਾ ਸੀ, ਅਗਾਂਹ ਚੱਲਣਾ ਸੀ, ਪਹੁੰਚਣਾ ਸੀ ਉਸ ਪਰਮੇਸ਼ਵਰ ਤੱਕ ਜਿੱਥੇ ਜਾ ਕੇ ਜੀਵ ਖੁਆਰ ਹੋਣ ਤੋਂ ਹਟ ਜਾਂਦਾ, ਜਿੱਥੇ ਜਾ ਕੇ ਭਟਕਣਾ ਮੁੱਕ ਜਾਂਦੀ ਹੈ, ਜਿੱਥੇ ਜਾ ਕੇ ਭਰਮ ਖਤਮ ਹੋ ਜਾਂਦਾ ਹੈ, ਜਿੱਥੇ ਜਾ ਕੇ ਇਉਂ ਕਹਿ ਲਈਏ ਕਿ ਜੋ ਜੀਵ ਨੇ ਸੋਚਣਾ ਸੀ ਉਹ ਸਾਹਮਣੇ ਨਜ਼ਰੀ ਪੈ ਜਾਂਦਾ ਹੈ। ਫਿਰ ਬਾਪੂ ਜੀ ਕਹਿੰਦੇ ਪਰਤਾਪ ਲੱਗਾ ਦੁਹਾਗਣੀ। ਪਰਤਾਪ ਮਤਲਬ ਅਸਲ ਵਿੱਚ ਲਫ਼ਜ਼ ਹੈ ਪਰਤਾਪ, ਪਰਾਇਆ ਤਾਪ ਲੱਗਾ ਹੋਇਆ, ਬਹੁਤ ਦੁੱਖ ਲੱਗਾ ਹੋਇਆ। ਦੁਹਾਗਣੀ, ਇੰਨਾ ਕੁ ਦੁੱਖ ਲੱਗਾ ਵੀ ਹੋਣੇ। ਪਰਤਾਪ ਮਤਲਬ ਪਰਾਇਆ ਤਾਪ। ਪਰਾਇਆ ਤਾਪ ਕਿਹਨੂੰ ਲੱਗਾ? ਜਿਹੜੀ ਦੁਹਾਗਣੀ ਹੈ। ਜਾਂ ਇਉਂ ਕਹਿ ਲਈਏ ਪਰਤਾਪ ਲੱਗਣ ਕਰਕੇ ਦੁਹਾਗਣੀ ਬਣ ਗਈ। ਜਿਹਨੂੰ ਬਾਪੂ ਜੀ ਗੁਰੂ ਅਰਜਨ ਸਾਹਿਬ ਜੀ ਕਹਿੰਦੇ ਭਾਦੋਂ ਹੀ ਭਰਮ ਭੁਲਾਣੀਆਂ ਦੂਜੇ ਲੱਗਾ ਹੇਤ, ਲੱਖ ਸ਼ਿੰਗਾਰ ਬਣਾਇਆ ਕਾਰਜ ਨਾਹੀ ਕੇਤ। ਜਿਤ ਦਿਨ ਦੇ ਬਿਨ ਸਸੀ ਤਿਤ ਵੇਲੇ ਕਹਿ ਸਣ ਪ੍ਰੇਤ, ਪਕੜ ਚਲਾਇਣ ਦੂਤ ਜਮ ਕਿਸੇ ਨਾ ਦੇਨੀ ਭੇਤ। ਦੁਹਾਗਣੀ ਹੈ, ਭਾਦੋਏ ਭਰਮ ਭੁਲਾਣੀਆਂ, ਭਰਮ ਵਿੱਚ ਭੁੱਲੀਆਂ ਹੋਈਆਂ, ਦੂਜੇ ਲੱਗਾ ਹੇਤ, ਦੂਜੇ ਨਾਲ ਹੇਤ ਲਾ ਕੇ ਬਹਿ ਗਈਆਂ। ਇੱਕ ਅਕਾਲ ਪੁਰਖ ਪਰਮੇਸ਼ਵਰ ਤੋਂ ਬਿਨਾਂ ਆਪਣਾ ਹੇਤ ਲਾ ਲਿਆ। ਜਦੋਂ ਪਰਮੇਸ਼ਵਰ ਤੋਂ ਬਿਨਾਂ ਹੇਤ ਲਾਇਆ ਤੇ ਮਾਲਕ ਪਾਤਸ਼ਾਹ ਜੀ ਕਹਿੰਦੇ ਵੀ ਹੁਣ ਲੱਖ ਸ਼ਿੰਗਾਰ ਬਣਾਇਆ ਕਾਰਜ ਨਹੀਂ। ਗਿਣੀਆਂ ਤੇ ਦੁਹਾਗਣਾ ਹੀ ਜਾਣਗੀਆਂ ਨਾ, ਭਾਵੇਂ ਜਿੰਨਾ ਮਰਜ਼ੀ ਸ਼ਿੰਗਾਰ ਕਰ ਲੈਣ। ਇਹ ਨਹੀਂ ਵੀ ਦੁਹਾਗਣ ਇਸਤਰੀ ਆਪਣੇ ਉੱਤੇ ਸ਼ਿੰਗਾਰ ਕਰਕੇ ਤੇ ਉਹਨੂੰ ਹੁਣ ਦੁਨੀਆ ਕਹਿਣ ਲੱਗ ਜੇ ਵੀ ਇਹ ਸੁਹਾਗਣ ਬਣ ਗਈ। ਸ਼ਿੰਗਾਰ ਸੁਹਾਗਣ ਤੇ ਦੁਹਾਗਣ ਦਾ ਫੈਸਲਾ ਨਹੀਂ ਕਰਦਾ। ਸੁਹਾਗਣ ਤੇ ਦੁਹਾਗਣ ਦਾ ਫੈਸਲਾ ਜੀਵਨ ਕਰਦਾ, ਆਚਰਣ ਕਰਦਾ, ਸ਼ਿੰਗਾਰ ਨਹੀਂ। ਬਾਪੂ ਜੀ ਕਹਿੰਦੇ ਵੀ ਹੁਣ ਲੱਖ ਸ਼ਿੰਗਾਰ ਬਣਾਇਆ। ਹੁਣ ਜੇ ਕੋਈ ਦੁਹਾਗਣ ਇਸਤਰੀ ਆਪਣੇ ਉੱਤੇ ਸ਼ਿੰਗਾਰ ਲਾ ਕੇ ਤੇ ਦੁਨੀਆ ਦੇ ਸਾਹਮਣੇ ਚਲੀ ਜਾਏ ਤੇ ਦੁਨੀਆ ਵਾਲੇ ਕੀ ਕਹਿਣਗੇ? ਵੀ ਇਹ ਸੁਹਾਗਣ ਬਣ ਗਈ। ਉਹਦਾ ਕੀਤਾ ਸ਼ਿੰਗਾਰ ਉਹਦੇ ਉਲਾਮਿਆਂ ਦਾ ਕਾਰਨ ਬਣਦਾ। ਉਹਦਾ ਕੀਤਾ ਹੋਇਆ ਸ਼ਿੰਗਾਰ ਦੁਨੀਆ ਦੇ ਸਾਹਮਣੇ ਜੇ ਉਹ ਸ਼ਿੰਗਾਰ ਕਰਕੇ ਚਲੀ ਵੀ ਜਾਂਦੀ ਹੈ ਨਾ, ਸੰਸਾਰਕ ਤੌਰ ਤੇ, ਸਮਾਜਿਕ ਤੌਰ ਤੇ ਦੁਨੀਆ ਕੀ ਕਹੇਗੀ? ਹੁਣ ਵੀ ਸਿਰ ਤੇ ਪਤੀ ਹੈ ਕੋਈ ਨਹੀਂ ਤੇ ਇਹਨੂੰ ਵੇਖੋ, ਫਿਰ ਕਿੰਨੀਆਂ ਉਂਗਲਾਂ ਚੁੱਕੀਆਂ ਜਾਣਗੀਆਂ। ਇਸੇ ਕਰਕੇ ਤੇ ਸਾਨੂੰ ਸਤਿਗੁਰੂ ਅਰਜਨ ਸਾਹਿਬ ਨੇ ਸਮਝਾਇਆ ਨਾ ਵੀ ਇਹ ਜੀਵ ਇਸਤਰੀਏ ਆਪਣੇ ਵੱਲ ਖਿਆਲ ਰੱਖਿਆ ਕਰ ਤੇ ਆਪਣੇ ਸ਼ਿੰਗਾਰਾਂ ਵੱਲ ਖਿਆਲ ਰੱਖਿਆ ਕਰ ਤੇ ਇਹ ਸੋਚ ਕੇ ਸ਼ਿੰਗਾਰ ਕਰੀ ਵੀ ਤੂੰ ਦੁਹਾਗਣ ਹੈ ਕਿ ਸੁਹਾਗਣ ਹੈ। ਜੇ ਤੇ ਸੁਹਾਗਣ ਹੈ ਭਲੀਏ ਤੇਰਾ ਕੀਤਾ ਹਰ ਸ਼ਿੰਗਾਰ ਕਬੂਲਿਆ ਜਾਏਗਾ, ਪਰ ਜੇ ਤੂੰ ਦੁਹਾਗਣ ਹੈ ਤੇ ਚੇਤਾ ਰੱਖੀ ਤੇਰਾ ਇੱਕ ਕੀਤਾ ਹੋਇਆ ਸ਼ਿੰਗਾਰ ਵੀ ਤੇਰੇ ਉਲਾਮੇ ਬਣ ਜਾਏਗਾ। ਜੇ ਸੁਹਾਗਣ ਹੈ ਹਰ ਕੀਤਾ ਸ਼ਿੰਗਾਰ, 16 ਸ਼ਿੰਗਾਰ ਮੰਨੇ ਗਏ ਨਾ। ਜਦੋਂ ਬਾਪੂ ਗੁਰੂ ਅਰਜਨ ਸਾਹਿਬ ਨੂੰ ਪੜ੍ਹਦੇ ਆ ਤੇ ਉਦੋਂ ਮਾਲਕ ਦੀ ਜ਼ਿਕਰ ਕਰਦੇ 16 ਕੀ ਇਹ ਸ਼ਿੰਗਾਰ ਕੇ ਅੰਜਨ ਪਾਜੇ ਆ। 16 ਸ਼ਿੰਗਾਰ ਤੇਰੇ 16 ਦੇ 16 ਕੀਤੇ ਸ਼ਿੰਗਾਰ ਉਦੋਂ ਪ੍ਰਵਾਨੇ ਜਾਣਗੇ ਜਦੋਂ ਸੁਹਾਗਣ ਹੈ।
ਇੱਕ ਵੀ ਸ਼ਿੰਗਾਰ ਕਰ ਲਿਆ ਨਾ ਤੂੰ 16 ਦੇ ਵਿੱਚੋਂ, ਤੇਰਾ ਕਬੂਲ ਹੈ, ਪ੍ਰਵਾਨਿਆ ਜਾਏਗਾ, ਕਿਉਂਕਿ ਤੂੰ ਸੁਹਾਗਣ ਹੈ। ਹੁਣ ਤੂੰ ਹੋਵੇਂ ਦੁਹਾਗਣ ਤੇ ਕਰੀ 16 ਸ਼ਿੰਗਾਰ ਫਿਰੇ ਤੇ ਕੀ ਬਣੇਗਾ? 16 ਛੱਡੋ, ਉਹਨਾਂ 16 ਵਿੱਚੋਂ ਦੁਹਾਗਣ ਇੱਕ ਵੀ ਸ਼ਿੰਗਾਰ ਕਰ ਲਏ ਨਾ, ਸਖੀ ਹਾਰ ਤੰਬੋਲ ਸਭੇ ਕਿਛ ਸਾਜਿਆ। ਹੁਣ ਕੀ ਕੀਤਾ? ਹਾਰ ਤੰਬੋਲ ਸਾਰਾ ਕੁਝ ਸਾਜਿਆ। ਬਾਪੂ ਜੀ ਕਹਿੰਦੇ ਇੰਨਾ ਕੁ ਸ਼ਿੰਗਾਰ ਕੀਤਾ, 16 ਕੀਏ ਸ਼ਿੰਗਾਰ ਕਿ ਅੰਜਨ ਪਾਜਿਆ। ਜੇ ਘਰ ਆਵੇ ਕੰਤ ਤਾਂ ਸਭ ਕਿਛ ਪਾਈਐ। ਹਰ ਹਾਂ ਕੰਤੈ ਬਾਝ ਸ਼ਿੰਗਾਰ ਸਭ ਬਿਰਥਾ ਜਾਈਐ। ਜੇ ਤੇ ਸਿਰ ਤੇ ਸਾਈਂ ਹੋਇਆ, ਫਿਰ ਤੇ ਸੰਸਾਰ ਵੀ ਕਹੇਗਾ ਵੀ ਸੁਹਾਗਣ ਹੈ, ਤੇ ਜੇ ਸਾਈਂ ਨਾ ਹੋਇਆ ਫਿਰ ਭਲੀਏ ਜੀਵ ਇਸਤਰੀਏ ਖਿਆਲ ਰੱਖੀ। ਹਰ ਹਾਂ ਕੰਤੈ ਬਾਝ ਸ਼ਿੰਗਾਰ ਸਭ ਬਿਰਥਾ ਜਾਈਏ। ਸਭ ਵਿਅਰਥ ਹੈ। ਤੇ ਉਹੀ ਕੀਤੇ ਹੋਏ ਸ਼ਿੰਗਾਰ ਫਿਰ ਬਾਪੂ ਜੀ ਕੀ ਕਹਿੰਦੇ? ਉਲਾਮਾ ਬਣ ਜਾਂਦਾ। ਪ੍ਰਤਾਪ ਲੱਗਾ ਦੁਹਾਗਣੀ, ਪ੍ਰਤਾਪ ਲੱਗਾ ਹੋਇਆ ਹੈ ਦੁਹਾਗਣ ਇਸਤਰੀ, ਖਸਮ ਤੋਂ ਸਖਣੀ, ਆਪਣੇ ਸਿਰ ਦੇ ਸਾਈਂ ਤੋਂ ਸਖਣੀ। ਤੇ ਮਾਲਕ ਕਹਿੰਦੇ ਭਾਗ ਜਿਨ੍ਹਾਂ ਕੇ ਨਾਹੀਂ ਜਿਉ। ਆਹ ਨੇ ਉਹਨਾਂ ਦੀ ਹਾਲਤ ਹੈ ਜਿਹੜੀਆਂ ਭਾਗਾਂ ਤੋਂ ਸਖਣੀਆਂ ਬਣ ਗਈਆਂ। ਵੀ ਪਹਿਲੋਂ ਭਟਕਦੀਆਂ ਰਹੀਆਂ, ਭਰਮ ਵਿੱਚ ਪਈਆਂ ਰਹੀਆਂ, ਭਰਮ ਵਿੱਚ ਪਈਆਂ, ਆਪਣੇ ਪਤੀ ਤੋਂ ਖੁੰਝੀਆਂ ਹੋਈਆਂ, ਖੁਆਰ ਹੁੰਦੀਆਂ ਰਹੀਆਂ, ਆਪੋ ਤੁਧ ਖਵਾਇਆ, ਖੁਆਰ ਹੁੰਦੀਆਂ ਰਹੀਆਂ। ਤੇ ਫਿਰ ਖੁਆਰ ਹੁੰਦੀਆਂ ਹੁਣ ਮੀਲ ਪੱਥਰ ਨੂੰ ਕੀ ਮੰਨ ਕੇ ਬਹਿ ਗਈਆਂ? ਮੰਜ਼ਲ ਪ੍ਰਤਾਪ ਲੱਗਾ, ਪਰਾਇਆ ਤਾਪ ਲੱਗ ਗਿਆ, ਦੁਹਾਗਣ ਬਣ ਗਈਆਂ। ਭਾਗ ਜਿਨ੍ਹਾਂ ਕੇ ਨਾਹੀਂ ਜੀਓ। ਕਹਿੰਦੇ ਆਹ ਹੈ ਉਹਨਾਂ ਦੀ ਹਾਲਤ ਜਿਹੜੀਆਂ ਭਾਗਾਂ ਤੋਂ ਸਖਣੀਆਂ ਹਨ। ਦੁਹਾਗਣੀ ਕਿਆ ਨਿਸ਼ਾਨੀਆ, ਖਸਮ ਕੁੱਥੀਆਂ ਫਿਰਹਿ ਨਿਮਾਣੀਆਂ। ਮੈਲੇ ਵੇਸ ਤਿਨਾ ਕਾਮਣੀ, ਦੁਖੀ ਰਹਿਣ ਵਿਹਾਏ ਜਿਉ। ਦੁਹਾਗਣੀ ਕਿਆ ਨਿਸ਼ਾਨੀਆਂ। ਕਿੱਥੋਂ ਪਤਾ ਲੱਗੇਗਾ ਵੀ ਇਹ ਦੁਹਾਗਣੀਆਂ ਨੇ? ਬਾਪੂ ਜੀ ਬਾਣੀ ਦੇ ਅੰਦਰ ਇੱਕ ਫੈਸਲਾ ਦਿੰਦੇ, ਜਿਉਂ ਘਰ ਘਰ ਹੰਢੈ ਰਨ ਦੁਹਾਗਣ। ਦੁਹਾਗਣੀ ਕਿਆ ਨਿਸ਼ਾਨੀਆਂ? ਕੀ ਨਿਸ਼ਾਨੀ ਹੈ ਦੁਹਾਗਣ ਦੀ? ਬਾਪੂ ਜੀ ਨਿਸ਼ਾਨੀ ਦੱਸਦਿਆਂ ਕਹਿੰਦੇ ਖਸਮੋਂ ਕੁੱਥੀਆਂ ਫਿਰੈ ਨਿਮਾਣੀਆਂ। ਖਸਮ ਤੋਂ ਭੁੱਲੀਆਂ ਫਿਰਦੀਆਂ ਨੇ। ਵੀ ਕੋਈ ਉਹਨਾਂ ਕੋਲ ਮਾਣ, ਕੋਈ ਇਹਨਾਂ ਕੋਲ ਸਤਿਕਾਰ, ਕੋਈ ਰਿਸਪੈਕਟ ਨਹੀਂ ਉਹਨਾਂ ਕੋਲ। ਤੇ ਦੂਜੇ ਪਾਸੇ ਜਿਹੜਾ ਬੇਨਤੀ ਆਪ ਜੀ ਅੱਗੇ ਕੀਤੀ ਵੀ ਜਿਉਂ ਘਰ ਘਰ ਹੰਢੈ ਰਨ ਦੁਹਾਗਣ, ਉਸ ਜੀਵ ਇਸਤਰੀ ਦੀ ਹਾਲਤ ਸਤਿਗੁਰੂ ਜੀ ਬਿਆਨ ਕਰ ਰਹੇ ਵੀ ਜਿਹੜੀ ਆਪਣੇ ਖਸਮ, ਆਪਣੇ ਮਾਲਕ ਦੀ, ਆਪਣੇ ਪਤੀ ਦੀ ਨਹੀਂ ਹੋਈ। ਦੁਹਾਗਣੀ ਕਿਆ ਨਿਸ਼ਾਨੀਆਂ? ਮਾਲਕ ਕਹਿੰਦੇ ਕੀ ਨਿਸ਼ਾਨੀਆਂ ਨੇ? ਉਹਨਾਂ ਦੀ ਨਿਸ਼ਾਨੀ ਸਭ ਤੋਂ ਵੱਡੀ ਹੈ ਵੀ ਉਹ ਆਪਣੇ ਖਸਮ ਤੋਂ ਭੁੱਲੀਆਂ ਹੋਈਆਂ ਨੇ। ਤੇ ਖਸਮ ਤੋਂ ਭੁੱਲੀਆਂ ਕੀ ਕਰ ਰਹੀਆਂ? ਫਿਰਦੀਆਂ ਨੇ। ਤੇ ਹੁਣ ਨਿਮਾਣੀ ਜਿਹਦੇ ਕੋਲ ਕੋਈ ਇੱਜ਼ਤ ਨਹੀਂ, ਨਿਮਾਣ ਮਾਣ ਆਪਾਂ ਕਹਿੰਦੇ ਆ ਵੀ ਬੜਾ ਮਾਣ ਸਤਿਕਾਰ, ਰਿਸਪੈਕਟ। ਤੇ ਇੱਥੇ ਕਿਹੜੀ ਰਿਸਪੈਕਟ? ਕੋਈ ਅਦਬ, ਕੋਈ ਸਤਿਕਾਰ ਹੈ। ਰਿਸਪੈਕਟ ਉਦੋਂ ਮਿਲਦੀ ਜਦੋਂ ਸਿਰ ਦਾ ਸਾਈਂ ਨਾਲ ਹੋਵੇ, ਜਾਂ ਸਿਰ ਦਾ ਸਾਈਂ ਸਿਰ ਤੇ ਮੌਜੂਦ ਹੋਵੇ, ਜਾਂ ਆਪਣੇ ਸਿਰ ਦੇ ਸਾਈਂ ਨਾਲ ਜੀਵ ਇਸਤਰੀ ਚੰਗਾ ਜੀਵਨ ਬਤੀਤ ਕਰਦੀ ਹੋਵੇ। ਫਿਰ ਉਹਦਾ ਹਰ ਕਰਮ ਉਹਦੀ ਮਾਨ ਤੇ ਪ੍ਰਤਿਸ਼ਠਾ ਵਾਸਤੇ ਹੈ।
ਤੇ ਜੇ ਬਿਲਕੁਲ ਇਹਦੇ ਤੋਂ ਆਪੋਜ਼ਿਟ ਹੋ ਜਾਈਏ ਫਿਰ ਕੀ ਹੋਏਗਾ? ਉਹਦਾ ਹਰ ਕਰਮ ਉਹਦੇ ਲਈ ਇੱਕ ਕਲੰਕ ਬਣ ਜਾਏਗਾ, ਇੱਕ ਦਾਗ ਬਣ ਜਾਏਗਾ ਹਰ ਕਰਮ ਉਹਦਾ, ਕਿਉਂਕਿ ਖਸਮ ਤੋਂ ਕੁੱਥੀ ਹੋਈ ਹੈ, ਖਸਮ ਤੋਂ ਭੁੱਲੀ ਹੋਈ ਹੈ। ਔਰ ਬਾਪੂ ਜੀ ਫਿਰ ਨਾਲ ਆਖਦੇ, ਕਹਿੰਦੇ ਮੈਲੇ ਵੇਸ ਤਿੰਨਾ ਕਾਮਣੀ। ਉਹਨਾਂ ਦਾ ਵੇਸ ਕੋਈ ਬਹੁਤਾ ਚੰਗਾ ਨਹੀਂ। ਹੁਣ ਹੋ ਸਕਦਾ ਵੀ ਪਾਉਣ ਨੂੰ ਪਹਿਰਾਵਾ ਤੇ ਬਹੁਤ ਚੰਗਾ ਪਹਿਨਿਆ ਹੋਵੇ, ਪਹਿਰਾਵਾ ਵੇਖ ਕੇ ਸਮਾਜ ਨੇ ਨਹੀਂ ਪ੍ਰਸੰਨ ਹੋਣਾ। ਤੇ ਨਾਲ ਸਮਾਜ ਇਕੱਲਾ ਪਹਿਰਾਵਾ ਨਹੀਂ, ਜਦੋਂ ਦੁਹਾਗਣ ਦੀ ਵਾਰੀ ਆਉਂਦੀ ਹੈ, ਉਹਦੀ ਦੁਹਾਗਣ ਦੀ ਨਿਸ਼ਾਨੀ ਕੀ ਹੈ? ਵੀ ਉਹ ਖਸਮ ਤੋਂ ਭੁੱਲੀ ਹੋਈ ਹੈ। ਫਿਰ ਸਮਾਜ ਕੀ ਕਹਿੰਦਾ? ਵੀ ਇਹ ਕੋਈ ਬਹੁਤਾ ਚੰਗਾ ਕੈਰੈਕਟਰ ਨਹੀਂ, ਇਹਦਾ ਆਚਰਣ ਚੰਗਾ। ਹੁਣ ਵੇਸ ਤੇ ਉਹ ਪਹਿਰਾਵਾ ਤੇ ਹੋ ਸਕਦਾ ਵੀ ਬੜਾ ਸੋਹਣਾ ਪਾਇਆ ਹੋਵੇ ਉਹਨੇ, ਪਰ ਸਮਾਜ ਨੇ ਕੀ ਕਹਿਤਾ? ਵੀ ਇਹ ਬਹੁਤਾ ਚੰਗਾ ਨਹੀਂ, ਇਹਦਾ ਆਚਰਣ ਬਹੁਤਾ ਚੰਗਾ ਨਹੀਂ। ਮੈਲੇ ਵੇਸ ਤਿੰਨਾਂ ਦੁਹਾਗਣੀ, ਤਿੰਨਾਂ ਕਾਮਣੀ। ਫਿਰ ਅੱਗੇ ਦੁਖੀ ਰਹਿਣ ਵਿਹਾਏ ਜੀਓ, ਵੀ ਸਾਰੀ ਰਾਤ ਫਿਰ ਕੀ ਦੁੱਖਾਂ ਵਿੱਚ ਲੰਘਦੀ। ਹੁਣ ਇੱਥੇ ਆਪਾਂ ਕਹਿ ਲਈਏ ਵੀ ਸਾਰੀ ਜ਼ਿੰਦਗੀ ਦੁੱਖਾਂ ਵਿੱਚ ਹੀ ਲੰਘਦੀ, ਜਿਹੜੇ ਆਪਣੇ ਸਿਰ ਦੇ ਸਾਈਂ ਨੂੰ ਵਿਸਾਰ ਦਿੰਦੀਆਂ ਨੇ। ਸਿਰ ਦਾ ਸਾਈਂ ਮਤਲਬ ਪਰਮੇਸ਼ਵਰ। ਜਿਨ੍ਹਾਂ ਜੀਵ ਇਸਤਰੀਆਂ ਨੇ ਆਪਣੇ ਖਸਮ, ਆਪਣੇ ਪ੍ਰਭੂ, ਆਪਣੇ ਪਰਮੇਸ਼ਵਰ ਨੂੰ ਵਿਸਾਰ ਦਿੱਤਾ, ਉਹਦੇ ਤੋਂ ਘੁੱਥ ਗਈਆਂ, ਉਹਦੇ ਤੋਂ ਭੁੱਲ ਗਈਆਂ, ਭਟਕਣਾ ਵਿੱਚ ਪੈ ਗਈਆਂ। ਮਾਲਕ ਜੀ ਕਹਿੰਦੇ ਮੈਲੇ ਵੇਸ ਤਿੰਨਾ ਕਾਮਣੀ। ਹੁਣ ਪਹਿਰਾਵਾ ਤੇ ਭਾਵੇਂ ਬਹੁਤ ਚੰਗਾ ਹੋਵੇ, ਪਰ ਉਹ ਜੀਵ ਇਸਤਰੀਆਂ ਦਾ ਵੇਸ ਮੈਲਾ ਹੀ ਹੈ, ਕਿਉਂਕਿ ਉਹ ਆਪਣੇ ਖਸਮ ਤੱਕ ਸੀਮਤ ਨਹੀਂ। ਕਾਮਣੀ ਵੇਸ ਮੈਲਾ ਹੋ ਗਿਆ। ਤੇ ਬਾਪੂ ਜੀ ਨਾਲ ਕਹਿੰਦੇ ਫਿਰ ਦੁਖੀ ਰਹਿਣ ਵਿਹਾਏ ਜੀਓ। ਹੁਣ ਸਾਰੀ ਜ਼ਿੰਦਗੀ ਕਿਹਦੇ ਵਿੱਚ ਲੰਘਦੀ? ਦੁੱਖਾਂ ਵਿੱਚ। ਜਿਹਨੂੰ ਬਾਬਾ ਫਰੀਦ ਜੀ ਕਹਿੰਦੇ ਅੱਜ ਨਾ ਸੁੱਤੀ ਕੰਤ ਸਿਉ ਅੰਗ ਮੁੜੇ ਮੁੜ ਜਾਹੇ। ਅੱਜ ਹੀ ਖਸਮ ਨਹੀਂ ਸੀ ਕੋਲੇ ਤੇ ਕੀ ਬਣ ਗਿਆ? ਦੁੱਖਾਂ ਭਰਿਆ ਸਮਾਂ ਬਣ ਗਿਆ। ਜੀਵਨ ਦੁੱਖਾਂ ਭਰਿਆ ਬਣ ਗਿਆ। ਤੇ ਉਹ ਦੁੱਖਾਂ ਭਰੇ ਜੀਵਨ ਨੂੰ ਲੈ ਕੇ ਸਤਿਗੁਰੂ ਆਖਦੇ ਨਾ, ਪਰਮੇਸ਼ਰ ਤੇ ਭੁੱਲਿਆਂ ਵਿਆਪਨ ਸਭੇ ਰੋਗ, ਬੇਮੁਖ ਹੋਏ RAM ਤੇ ਲੱਗਣ ਜਨਮ ਵਿਜੋਗ। ਵਿਜੋਗ ਦਾ ਮਤਲਬ ਵਿਛੋੜਾ। ਤੇ ਕਦੋਂ ਦਾ ਪੈ ਗਿਆ? ਜਨਮਾਂ ਜਨਮਾਂਤਰਾਂ ਦਾ ਵਿਛੋੜਾ ਪੈ ਗਿਆ। ਕਹਿੰਦੇ ਕਿਉਂਕਿ ਆਪਣੇ ਖਸਮ ਤੋਂ ਬੇਮੁਖ ਹੋ ਗਈ। ਤੇ ਜਿਹੜੀ ਜੀਵ ਇਸਤਰੀ ਆਪਣੇ ਖਸਮ ਤੋਂ ਬੇਮੁਖ ਹੋ ਗਈ, ਉਹਦਾ ਜਨਮਾਂ ਜਨਮਾਂਤਰਾਂ ਦਾ ਵਿਜੋਗ ਪੈ ਗਿਆ। ਔਰ ਬਾਪੂ ਜੀ ਦਾ ਇੱਕ ਪਾਵਨ ਬਚਨ ਹੈ ਬੜਾ ਪਿਆਰਾ, ਜਿੱਥੇ ਉਹ ਆਖਦੇ, ਕਹਿੰਦੇ ਜੋਬਨ ਜਾਂਦੇ ਨਾ ਡਰਾਂ ਜੇ ਸ਼ਹ ਪ੍ਰੀਤ ਨਾ ਜਾਏ। ਫਰੀਦਾ ਕਿਤੀ ਜੋਬਨ ਪ੍ਰੀਤ ਬਿਨ ਸੁੱਕ ਗਏ ਕੁਮਲ ਆਏ। ਵੀ ਮੈਨੂੰ ਜੋਬਨ ਜਾਣ ਦਾ ਕੋਈ ਡਰ ਨਹੀਂ, ਜੇ ਮੇਰੀ ਸ਼ਾਹ ਨਾਲ, ਮੇਰੇ ਖਸਮ ਨਾਲ ਪ੍ਰੀਤ ਬਣੀ ਰਹੇ। ਕਿਉਂਕਿ ਉਹਦੀ ਪ੍ਰੀਤ ਤੋਂ ਬਿਨਾਂ, ਉਹਦੇ ਪ੍ਰੇਮ ਤੋਂ ਬਿਨਾਂ ਕਿਤੀ ਜੋਬਨ, ਪਤਾ ਹੀ ਨਹੀਂ ਕਿੰਨੇ ਕੁ ਜੋਬਨ ਜਿਹੜੇ ਉਹ ਚਲੇ ਗਏ, ਸੁੱਕ ਗਏ, ਕੁਮਲਾ ਗਏ। ਇਸ ਲਈ ਆ ਜੋਬਨ ਮੇਰਾ ਆਪਣੇ ਖਸਮ ਦੇ ਲੇਖੇ ਵਿੱਚ ਹੋਵੇ। ਜਿਹਨੂੰ ਬਾਬਾ ਰਵਿਦਾਸ ਜੀ ਨੇ ਕਹਿ ਦਿੱਤਾ, ਬਹੁਤ ਜਨਮ ਬਿਛੁਰੇ ਥੇ ਮਾਧੋ, ਇਹ ਜਨਮ ਤੁਮਾਰੇ ਲੇਖੇ। ਕਹਿ ਰਵਿਦਾਸ ਆਸ ਲਗ ਜੀਵੋਂ, ਚਿਰ ਭਇਓ ਦਰਸ਼ਨ ਦੇਖੇ। ਬਾਪੂ ਜੀ ਨੇ ਅੱਜ ਗੁਰੂ ਨਾਨਕ ਸਾਹਿਬ ਜੀ ਨੇ ਆਖਿਆ, ਮੈਲੇ ਵੇਸ ਤਿੰਨਾ ਕਾਮਣੀ, ਦੁਖੀ ਰਹਿਣ ਵਿਹਾਏ। ਉਹ ਜੀਵ ਇਸਤਰੀਆਂ ਮੈਲੇ ਵੇਸ ਕਰਕੇ ਦੁੱਖਾਂ ਦੇ ਵਿੱਚ ਹੀ ਆਪਣਾ ਜੀਵਨ ਫਿਰ ਬਤੀਤ ਕਰਦੀਆਂ ਹਨ। ਸੁਹਾਗਣੀ ਕਿਆ ਕਰਮ ਕਮਾਇਆ, ਪੂਰਬ ਲਿਖਿਆ ਫਲ ਪਾਇਆ। ਨਦਰ ਕਰੇ ਕੈ ਆਪਣੀ, ਆਪੇ ਲਏ ਮਿਲਾਏ ਜਿਉ। ਹੁਣ ਦੂਜਾ ਪੱਖ ਰੱਖਿਆ ਸਤਿਗੁਰੂ ਜੀ ਨੇ।
ਸੁਹਾਗਣੀਆਂ ਦਾ। ਪਹਿਲੋਂ ਤੇ ਦੁਹਾਗਣੀਆਂ। ਦੁਹਾਗਣੀ ਦਾ ਕੀਤਾ ਹਰ ਕਰਮ ਉਹਦੇ ਲਈ ਸਪੌਟ, ਉਹਦੇ ਲਈ ਇੱਕ ਦਾਗ, ਕਲੰਕ ਬਣ ਜਾਂਦਾ। ਤੇ ਸੁਹਾਗਣੀ ਲਈ ਉਹਦਾ ਕੀਤਾ ਹਰ ਕਰਮ ਉਹਦੀ ਸ਼ੋਭਾ ਵਾਲਾ ਬਣ ਜਾਂਦਾ। ਉਹਦਾ ਹਰ ਕਰਮ ਉਹਦੀ ਵਡਿਆਈ ਬਣ ਜਾਂਦਾ। ਉਹਨੇ ਸ਼ਿੰਗਾਰ ਕੀਤਾ, ਉਹ ਵੀ ਵਡਿਆਈ ਬਣ ਗਿਆ। ਉਹਨੇ ਪਹਿਰਾਵਾ ਪਹਿਨਿਆ, ਉਹ ਵੀ ਵਡਿਆਈ ਬਣ ਗਿਆ। ਉਹ ਆਪਣੇ ਖਸਮ ਦੀ ਬਾਤ ਕਰਦੀ ਹੈ, ਆਪਣੇ ਸਿਰ ਦੇ ਸਾਈਂ ਦੀ ਬਾਤ, ਉਹ ਵੀ ਵਡਿਆਈ ਬਣ ਜਾਂਦੀ ਹੈ। ਬਾਪੂ ਜੀ ਆਖਦੇ, ਕਹਿੰਦੇ ਸੁਹਾਗਣੀ ਕਿਆ ਕਰਮ ਕਮਾਇਆ। ਇਹਨੇ ਕਰਮ ਕੀ ਕੀਤਾ? ਪੂਰਬ ਲਿਖਿਆ ਪਾਇਆ ਫਲ। ਪੂਰਬ ਲਿਖਿਆ ਫਲ ਪਾਇਆ। ਇਹਦੇ ਕੀਤੇ ਕਰਮਾਂ ਦਾ ਇਹਨੂੰ ਫਲ ਮਿਲਿਆ। ਤੇ ਉਹ ਫਲ ਕੀ ਹੈ? ਨਦਰ ਕਰਕੇ ਆਪਣੀ ਆਪੇ ਲਏ ਮਿਲਾਏ ਜੀਓ। ਉਹ ਆਪਣੀ ਨਦਰ ਕਰਕੇ ਆਪ ਹੀ ਆਪਣੇ ਨਾਲ ਮਿਲਾ ਲੈਂਦਾ। ਇੱਕ ਖਿਆਲ ਅਸੀਂ ਰੱਖੀਏ, ਸੰਸਾਰਕ ਤੌਰ ਤੇ ਸੁਹਾਗਣੀ ਸ਼ਿੰਗਾਰ ਕਰਦੀ, ਪਰ ਜਦੋਂ ਅਕਾਲ ਪੁਰਖ ਪਰਮੇਸ਼ਵਰ ਵਾਸਤੇ ਸ਼ਿੰਗਾਰ ਦੀ ਵਾਰੀ ਆਉਂਦੀ ਨਾ, ਤੇ ਬਾਪੂ ਜੀ ਦਾ ਇੱਕ ਪਾਵਨ ਬਚਨ ਹੈ, ਜਿੱਥੇ ਉਹ ਜ਼ਿਕਰ ਕਰਦੇ ਆ, ਸਾਨੂੰ ਸਮਝਾਉਂਦੇ ਵੀ ਜਿਨ ਕੇ ਚੋਲੇ ਰਤੜੇ ਪਿਆਰੇ ਕੰਤ ਤਿੰਨਾ ਕੈ ਪਾਸ। ਹੁਣ ਸਾਨੂੰ ਨਹੀਂ ਪਤਾ ਵੀ ਸਾਡੇ ਪ੍ਰਭੂ ਨੂੰ ਸ਼ਿੰਗਾਰ, ਸਾਡੇ ਖਸਮ ਨੂੰ ਸ਼ਿੰਗਾਰ ਕਿੱਦਾਂ ਦਾ ਚੰਗਾ ਲੱਗਦਾ। ਅਸੀਂ ਨਹੀਂ ਜਾਣਦੇ। ਭਲਾ ਕਾਹਦੇ ਵਿੱਚ ਹੈ? ਅਸੀਂ ਖਸਮ ਨੂੰ ਭਾਉਣਾ ਵੀ ਹੈ, ਇਹ ਨਹੀਂ ਵੀ ਖਸਮ ਨੂੰ ਚੰਗੀਆਂ ਨਹੀਂ ਲੱਗਣਾ। ਖਸਮ ਨੂੰ ਚੰਗੀਆਂ ਵੀ ਲੱਗਣਾ ਹੈ। ਆਪਣੇ ਮਾਲਕ ਪ੍ਰਭੂ ਨੂੰ ਅਸੀਂ ਚੰਗੀਆਂ ਵੀ ਲੱਗਣਾ, ਪਰ ਸਾਨੂੰ ਇਹ ਨਹੀਂ ਪਤਾ ਵੀ ਅਸੀਂ ਚੰਗੀਆਂ ਲੱਗ ਕਿਵੇਂ ਸਕਦੇ ਹਾਂ। ਕਿਉਂ ਨਾ ਅਸੀਂ ਉਹਨੂੰ ਹੱਥ ਜੋੜ ਕੇ ਇਹ ਹੀ ਕਹਿ ਦਈਏ ਵੀ ਮੇਰੇ ਸਿਰ ਦਿਆ ਸਾਈਆਂ, ਜਿੱਦਾਂ ਦਾ ਸ਼ਿੰਗਾਰ ਤੈਨੂੰ ਚੰਗਾ ਲੱਗਦਾ ਆਪੇ ਹੀ ਕਰ। ਤੁਹਾਨੂੰ ਭਾਉਂਦਾ ਹੈ ਉਦਾਂ ਦਾ ਤੁਸੀਂ ਆਪੇ ਹੀ ਕਰਵਾ ਲਓ, ਤੈਨੂੰ ਚੰਗੀਆਂ ਲੱਗ ਜਾਈਏ। ਗੱਲ ਤੇ ਉਹਨੂੰ ਚੰਗੀਆਂ ਲੱਗਣ ਦੀ ਹੈ ਨਾ, ਮਾਲਕ ਨੂੰ ਭਾਉਣ ਦੀ ਹੈ, ਆਪਣੇ ਖਸਮ ਨੂੰ ਚੰਗੀਆਂ ਲੱਗਣ ਦੀ ਹੈ। ਤੇ ਭਾਵੇਂ ਸ਼ਿੰਗਾਰ ਤੋਂ ਬਿਨਾਂ ਹੀ ਚੰਗੀਆਂ ਲੱਗ ਜਾਈਏ। ਕਿਉਂ ਨਾ ਅਸੀਂ ਉਸ ਖਸਮ ਨੂੰ ਇਹੀ ਕਹਿ ਦਈਏ ਵੀ ਆਪ ਕਿਰਪਾ ਕਰੋ ਮਾਲਕ ਜੀਓ, ਰਹਿਮਤ ਕਰਕੇ ਤੇ ਆਪਣੇ ਰੰਗ ਵਿੱਚ ਸਾਨੂੰ ਆਪ ਹੀ ਰੰਗ ਲਓ। ਜਿਹਨੂੰ ਬਾਪੂ ਜੀ ਕਹਿੰਦੇ ਕਾਇਆ ਰੰਗਣ ਜੇ ਥੀਏ ਪਿਆਰੇ, ਪਾਈਐ ਨਾਉ ਮਜੀਠ। ਰੰਗਣ ਵਾਲਾ ਜੇ ਰੰਗੈ ਸਾਹਿਬ, ਐਸਾ ਰੰਗ ਨਾ ਡੀਠ। ਜਿਨ ਕੇ ਚੋਲੇ ਰਤੜੇ ਪਿਆਰੇ ਕੰਤ ਤਿੰਨਾ ਕੈ ਪਾਸ। ਧੂੜ ਤਿੰਨਾ ਕੀ ਜੇ ਮਿਲੈ ਜੀ, ਕਹੋ ਨਾਨਕ ਕੀ ਅਰਦਾਸ। ਫਿਰ ਆਪੇ ਸਾਜੇ, ਆਪੇ ਰੰਗੇ, ਆਪੇ ਨਦਰ ਕਰੇ। ਨਾਨਕ ਕਾਮਣ ਕੰਤੈ ਭਾਵੈ। ਭਾਗੇ ਹੀ ਨਾ ਕਾਮਣ, ਆਪਣੇ ਕੰਤ ਨੂੰ ਆਪੇ ਹੀ ਰਾਵੇ। ਉਹ ਆਪੇ ਹੀ ਰਾਵ ਲੈਂਦਾ, ਆਪੇ ਆਪਣੇ ਨਾਲ ਮਿਲਾ ਲੈਂਦਾ। ਪਰ ਕਦੋਂ? ਜਦੋਂ ਆਪੇ ਸਾਜੇ, ਆਪੇ ਰੰਗੇ। ਆਪ ਹੀ ਸਾਜਦਾ, ਆਪ ਹੀ ਰੰਗਦਾ, ਆਪੇ ਹੀ ਆਪੇ ਸਾਜੇ, ਆਪੇ ਰੰਗੇ, ਆਪੇ ਨਦਰ ਕਰੇ। ਨਾਨਕ ਕਾਮਣ ਕੰਤੈ ਭਾਵੈ, ਆਪੇ ਹੀ ਰਾਵੇ। ਨਦਰ ਕਰੇ ਕੈ ਆਪਣੀ, ਆਪੇ ਲਏ ਮਿਲਾਏ ਜੀਓ। ਆਪੇ ਹੀ ਆਪਣੇ ਨਾਲ ਮਿਲਾ ਦਿੰਦਾ। ਪਰ ਜੇ ਆਪ ਬਖਸ਼ਿਸ਼ ਭਰੀ ਨਦਰ, ਆਪ ਰਹਿਮਤ ਭਰੀ ਨਦਰ ਉਹ ਕਰ ਦਏ, ਨਹੀਂ ਤੇ ਸਾਡੀ ਹਾਲਤ ਇਹ ਤਨ ਮਾਇਆ ਪਾਹਿਆ ਪਿਆਰੇ, ਲੀਤੜਾ ਲੱਭ ਰੰਗਾਏ। ਤੇ ਜਿਹੜਾ ਸਾਡੇ ਕੋਲ ਸ਼ਿੰਗਾਰ ਹੈ, ਮਾਲਕ ਕਹਿੰਦੇ ਮੇਰਾ ਕੰਤ ਨਾ ਭਾਵੈ ਚੋਲੜਾ ਪਿਆਰੇ, ਮੇਰੇ ਖਸਮ ਨੂੰ ਚੰਗਾ ਨਹੀਂ ਲੱਗਦਾ। ਕਿਉਂ? ਧਨ ਸੇਜਿਆ ਜਾਏ। ਜਦੋਂ ਚੋਲਾ ਪਾਇਆ ਸਰੀਰ ਉੱਤੇ, ਤਨ ਉੱਤੇ ਪਾਇਆ, ਪਹਿਰਾਵਾ ਹੀ ਖਸਮ ਨੂੰ ਚੰਗਾ ਨਹੀਂ ਲੱਗਾ, ਤੇ ਖਸਮ ਨੂੰ ਕਿਵੇਂ ਮਾਣ ਲਾਂਗੇ? ਜਿਹੜਾ ਸ਼ਿੰਗਾਰ ਅਸੀਂ ਲਾਇਆ ਹੈ, ਮਾਲਕ ਕਹਿੰਦੇ ਮੇਰਾ ਕੰਤ ਨਾ ਭਾਵੈ ਚੋਲੜਾ ਪਿਆਰੇ। ਕਿਉਂ? ਧਨ ਸੇਜਿਆ ਜਾਏ। ਉਹ ਜੀਵ ਇਸਤਰੀ ਕਿਵੇਂ ਆਪਣੇ ਖਸਮ ਮਾਲਕ ਨੂੰ ਮਾਣ ਸਕਦੀ? ਚੰਗੀ ਨਹੀਂ ਲੱਗੀ ਰੱਬ ਨੂੰ।
ਤੇ ਜਿਹੜੀ ਜੀਵ ਇਸਤਰੀ ਰੱਬ ਨੂੰ ਚੰਗੀ ਲੱਗੀ ਨਹੀਂ, ਉਹ ਕਿਵੇਂ ਸੁੱਖ ਮਾਣ ਸਕਦੀ ਹੈ ਪਰਮੇਸ਼ਵਰ ਦੇ ਮਿਲਾਪ ਦਾ? ਨਹੀਂ ਮਾਣ ਸਕਦੀ। ਫਿਰ ਆਖਿਆ ਕਿ ਹਉ ਕੁਰਬਾਨੇ ਜਾਉ ਮਿਹਰਬਾਨਾ, ਹਉ ਕੁਰਬਾਨੇ ਜਾਉ, ਹਉ ਕੁਰਬਾਨੇ ਜਾਉ ਤਿਨਾ ਕੇ ਲੈਣ ਜੋ ਤੇਰਾ ਨਾਉ, ਲੈਣ ਜੋ ਤੇਰਾ ਨਾਉ ਤਿਨਾ ਕੇ ਹਉ ਸਦ ਕੁਰਬਾਨੇ ਜਾਉ। ਹਉ ਵਾਰੀ ਹਉ ਵਾਰ ਨੇ ਕੁਰਬਾਨ ਤੇਰੇ ਨਾਮ। ਜਿਹੜਾ ਤੇਰੇ ਨਾਮ ਨਾਲ ਜੁੜ ਜਾਂਦਾ ਹੈ ਉਹ ਸ਼ਿੰਗਾਰਿਆ ਜਾਂਦਾ। ਰੱਬ ਜੀਓ, ਜਿਹੜਾ ਤੇਰੇ ਨਾਲ ਜੁੜ ਜਾਂਦਾ ਹੈ ਉਹ ਸ਼ਿੰਗਾਰਿਆ ਵੀ ਜਾਂਦਾ ਹੈ, ਉਹ ਤੁਹਾਨੂੰ ਭਾ ਵੀ ਜਾਂਦਾ। ਉਹ ਜੀਵ ਇਸਤਰੀ ਤੈਨੂੰ ਚੰਗੀ ਲੱਗਣ ਲੱਗ ਜਾਂਦੀ। ਤੇ ਚੰਗੇ ਉਦਣ ਹੀ ਲੱਗਾਂਗੇ ਜਿੱਦਣ ਰੱਬ ਦੇ ਅਨੁਸਾਰੀ ਤੇ ਰੱਬ ਦੀ ਮਰਜ਼ੀ ਦਾ ਸ਼ਿੰਗਾਰ ਕੀਤਾ ਹੋਏਗਾ। ਜਿਸ ਦਿਨ ਰੱਬ ਜੀ ਦੇ ਹੁਕਮ ਵਿਚਲਾ ਸ਼ਿੰਗਾਰ ਕੀਤਾ ਹੋਏਗਾ, ਉਸ ਰਜ਼ਾ ਵਾਲੇ ਦੇ ਹੁਕਮ ਵਿੱਚ ਚੱਲ ਕੇ ਜਿੱਦਣ ਸ਼ਿੰਗਾਰ ਕੀਤਾ ਹੋਏਗਾ ਨਾ, ਉਹਨੂੰ ਪਾਵਾਂਗੇ ਵੀ ਉਸ ਦਿਨ। ਹੁਕਮ ਜਿਨਾ ਨੋ ਮਨਾਇਆ, ਤਿਨ ਅੰਤਰ ਸ਼ਬਦ ਵਸਾਇਆ। ਸਹੀਆਂ ਸੇ ਸੁਹਾਗਣੀ, ਜਿਨ ਸਹਿ ਨਾਲ ਪਿਆਰ ਜਿਉ। ਹੁਣ ਹੁਕਮ ਜਿਨ੍ਹਾਂ ਨੂੰ ਮਨਾਇਆ, ਉਹਨਾਂ ਦੇ ਜੀਵਨ ਚੋਂ ਕੀ ਨਜ਼ਰ ਆਇਆ? ਤਿੰਨ ਅੰਤਰ ਸ਼ਬਦ ਵਸਾਇਆ। ਆ ਉਹਨਾਂ ਦੀ ਜ਼ਿੰਦਗੀ ਚੋਂ ਨਜ਼ਰ ਆਇਆ। ਫਿਰ ਉਹ ਜੀਵ ਇਸਤਰੀਆਂ ਕੀ ਬਣ ਗਈਆਂ? ਸਹੀਆਂ। ਉਹ ਸਹੇਲੀਆਂ ਜੀਵ ਇਸਤਰੀਆਂ ਸੇ ਸੁਹਾਗਣੀ, ਉਹ ਸੁਹਾਗਣਾ ਬਣ ਗਈਆਂ। ਕਿਹੜੀਆਂ? ਜਿਨ ਸ਼ਾਹ ਨਾਲ ਪਿਆਰ ਜੀਓ, ਜਿਨ੍ਹਾਂ ਦਾ ਖਸਮ ਨਾਲ ਪ੍ਰੇਮ ਬਣ ਗਿਆ। ਇੱਕ ਨਾ ਭਾਈ ਗੁਰਦਾਸ ਜੀ ਦਾ ਬਚਨ ਹੈ, ਜਿੱਥੇ ਜ਼ਿਕਰ ਕਰਦੇ ਆ ਉਹ ਆਖਦੇ, ਪੁੱਛਤ ਹੈ ਸੁਹਾਗਣ ਕਰਮ ਹੈ ਦੁਹਾਗਣ ਕੇ, ਹਿਰਦੈ ਵਿਚਾਰ ਕਤ ਸੇਜਾ ਬੁਲਾਈਐ। ਹੁਣ ਚਾਹੀਦਾ ਤੇ ਸੀ ਵੀ ਜੇ ਸੁਹਾਗਣਾ ਤੋਂ ਪੁੱਛਿਆ ਤੇ ਕਰਮ ਵੀ ਸੁਹਾਗਣਾ ਵਾਲੇ ਕਰ ਲੈਂਦੇ। ਇੱਕ ਬਾਪੂ ਜੀ ਦੀ ਬਾਣੀ ਵਿੱਚ ਬਚਨ ਹੈ, ਜਿੱਥੇ ਸਾਹਿਬ ਜੀ ਜ਼ਿਕਰ ਕਰਦੇ ਆ, ਆਖਦੇ ਕਹਿੰਦੇ ਵੀ ਇੱਕ ਜੀਵ ਇਸਤਰੀ ਸੁਹਾਗਣ ਨੂੰ ਨਾ ਦੂਜੀ ਜੀਵ ਇਸਤਰੀ ਪੁੱਛਦੀ ਵੀ ਤੂੰ ਆਪਣੇ ਖਸਮ ਨੂੰ ਕਿਵੇਂ ਪ੍ਰਸੰਨ ਕੀਤਾ, ਤੇਰਾ ਮਾਲਕ ਤੇਰੇ ਤੇ ਕਿੱਦਾਂ ਪ੍ਰਸੰਨ ਹੋਇਆ। ਤੇ ਉਹਨੇ ਨਾ ਅੱਗੋਂ ਜਵਾਬ ਦਿੰਦਿਆਂ ਆਖਿਆ ਵੀ ਉਹਨੇ ਮੈਨੂੰ ਜੋ ਕਿਹਾ ਨਾ ਮੈਂ ਉਹੀ ਕਮਾ ਲਿਆ, ਜਿਵੇਂ ਉਹਨੇ ਆਖਿਆ ਮੈਂ ਉਦਾਂ ਹੀ ਕਰ ਲਿਆ। ਹੁਣ ਜੇ ਤੇ ਸੰਸਾਰਕ ਤੌਰ ਤੇ ਵੀ ਵੇਖਾਂਗੇ ਤੇ ਸੰਸਾਰਕ ਤੌਰ ਤੇ ਵੀ ਇਸੇ ਤਰ੍ਹਾਂ ਹੀ ਇਹ ਨਾਤਾ ਹੀ ਇਦਾਂ ਦਾ ਵੀ ਨਿਭਦਾ ਹੀ ਇਸੇ ਤਰ੍ਹਾਂ ਹੈ ਵੀ ਇੱਕ ਵੇਲੇ ਪਤੀ ਨੂੰ ਸੁਣਨਾ ਪੈਂਦਾ ਤੇ ਕਿਸੇ ਵੇਲੇ ਪਤਨੀ ਨੂੰ ਵੀ ਸੁਣਨਾ ਪੈਂਦਾ। ਕਿਸੇ ਵੇਲੇ ਪਤੀ ਨੂੰ ਨਿਭਣਾ ਪੈਂਦਾ ਤੇ ਕਿਸੇ ਵੇਲੇ ਪਤਨੀ ਨੂੰ ਨਿਭਣਾ। ਇਸੇ ਕਰਕੇ ਤੇ ਬਾਬਾ ਫਰੀਦ ਜੀ ਨੇ ਸਮਝਾਉਂਦਿਆਂ 3 ਗੁਣ ਦਿੱਤੇ ਸਨ ਨਾ, ਨਿਵਣ ਸੋ ਅੱਖਰ ਖਵਣ ਗੁਣ ਜੇਬਾ ਮਣੀਆਂ ਮੰਤ, ਇਹ ਤ੍ਰੈ ਭੈਣੇ ਵੇਸ ਕਰ ਤਾਂ ਵਸ ਆਵੀ ਕੰਤ। ਸੁਖਾਲਾ ਜਿਹਾ ਤਰੀਕਾ ਸੀ ਵੀ ਤੇਰੇ ਕੋਲ ਨਿਵਣ ਦਾ ਗੁਣ ਹੋਣਾ ਚਾਹੀਦਾ, ਨਿਮਰਤਾ ਦਾ ਗੁਣ ਹੋਣਾ ਚਾਹੀਦਾ, ਤੇਰੇ ਕੋਲ ਨਿਵਣ ਦਾ, ਤੇਰੇ ਕੋਲ ਖਿਮਾ ਕਰਨ ਦਾ ਗੁਣ ਹੋਣਾ ਚਾਹੀਦਾ, ਤੇਰੇ ਕੋਲ ਮਿਠਾਸ ਭਰੀ ਸ਼ਬਦਾਵਲੀ ਹੋਣੀ ਚਾਹੀਦੀ ਹੈ, ਤਾਂ ਵਸ ਆਵੀ ਕੰਤ। ਹੁਣ ਸੰਸਾਰਕ ਤੌਰ ਤੇ ਵੀ ਵਰਤ ਕੇ ਵੇਖ ਲਓ। ਜੇ ਅਸੀਂ ਸੰਸਾਰਕ ਤੌਰ ਤੇ ਵੀ ਜ਼ਿਕਰ ਕਰਾਂਗੇ ਨਾ, ਤੇ ਇਹ ਨਹੀਂ ਵੀ ਇੱਕ ਪਹਿਲੂ ਜਿਹੜਾ ਉਹ ਕਵੇ ਵੀ ਮੈਂ ਤੇ ਆਕੜ ਕੇ ਹੀ ਰਹਿਣਾ ਤੇ ਦੂਜਾ ਮੇਰੇ ਅੱਗੇ ਨਿਵਿਆ ਹੀ ਰਵੇ। ਵੇਖਿਆ ਸਮਾਜ ਤੇ ਕਦੇ ਨਾਤਾ ਨਿਭਦਾ ਇਦਾਂ। ਬਾਪੂ ਜੀ ਨੇ ਉਪਦੇਸ਼ ਕਿਉਂ ਦਿੱਤਾ? ਗੁਰਬਾਣੀ ਸਾਡੇ ਜਿੱਥੇ ਅਧਿਆਤਮਿਕ ਪੱਖ ਨੂੰ ਸਾਨੂੰ ਦਿੱਤੀ ਨਾ ਸਾਹਿਬ ਜੀ ਨੇ, ਅਧਿਆਤਮਿਕ ਜੀਵਨ ਨੂੰ, ਉੱਥੇ ਅਸੀਂ ਇਹਨੂੰ ਜੀਵਨ ਜਾਚ ਕਹਿੰਦੇ ਆ। ਜੀਵਨ ਜਾਚ ਦਾ ਮਤਲਬ ਜਿਹੜੀ ਜ਼ਿੰਦਗੀ ਜਿਉਣ ਦੇ ਕਰਮ ਆਵੇ। ਹੁਣ ਜਿਹੜਾ ਆਪਣੀ ਜ਼ਿੰਦਗੀ 'ਚ ਇਹ 3 ਗੁਣ ਅਪਣਾ ਲਏਗਾ ਕਿ ਉਹਦੀ ਜ਼ਿੰਦਗੀ ਕਦੇ ਸੁਖਾਲੀ ਨਹੀਂ ਬਣੇਗੀ। ਹੁਣ ਕਿੱਡੀ ਸੁਖਾਲੀ ਹੈ ਜ਼ਿੰਦਗੀ। ਬਾਪੂ ਜੀ ਕਹਿੰਦੇ ਨਿਵਣ ਸੋ ਅੱਖਰ, ਤੇਰੇ ਕੋਲ ਨਿਮਰਤਾ ਹੋਵੇ। ਹੁਣ ਪਤਨੀ ਕਵੇ ਵੀ ਮੈਂ ਆਕੜ ਕੇ ਰਵਾਂ ਤੇ ਪਤੀ ਮੇਰੇ ਅੱਗੇ ਨਿਵਿਆ ਰਹੇ, ਜਾਂ ਪਤੀ ਕਵੇ ਵੀ ਮੈਂ ਆਕੜ ਕੇ ਰਵਾਂ ਤੇ ਪਤਨੀ ਮੇਰੇ ਅੱਗੇ
ਨਿਵੀ ਰਹੇ, ਨਾਤਾ ਕਿੰਨਾ ਕੁ ਚਿਰ ਨਿਭਾ ਲਾਂਗੇ। ਆਪਣੇ ਮਾਲਕ ਅੱਗੇ ਤੇ ਨਿਭ ਕੇ ਹੀ ਚੱਲਣਾ ਪੈਣਾ। ਨਿਮਰਤਾ ਤੇ ਹੋਣੀ ਲਾਜ਼ਮੀ ਨਾ। ਫਿਰ ਉਹ ਤੋਂ ਬਾਅਦ ਚ ਖਿਮਾ ਦਾ ਗੁਣ। ਖਿਆਲ ਰੱਖੋ, ਅਸੀਂ ਕੋਈ ਭੁੱਲ ਕਰ ਬੈਠੀਏ ਤੇ ਸਾਡੇ ਮਨ 'ਚ ਪਤਾ ਕੀ ਹੁੰਦਾ ਵੀ ਸਾਹਮਣੇ ਵਾਲਾ ਮੈਨੂੰ ਬਖਸ਼ ਦੇ, ਇੱਕ ਵਾਰੀ ਬਖਸ਼ ਦੇ, ਆਪਣੀ ਭੁੱਲ ਦੇ ਪ੍ਰਤੀ। ਤੇ ਜੇ ਕੋਈ ਸਾਡੇ ਸਾਹਮਣੇ ਦੂਜਾ ਭੁੱਲ ਕਰਦੇ, ਫਿਰ ਉਦੋਂ ਅਸੀਂ ਕਿਉਂ ਨਹੀਂ ਬਖਸ਼ਣ ਤੇ ਆਉਂਦੇ? ਫਿਰ ਉਦੋਂ ਅਸੀਂ ਕਿਉਂ ਕਹਿੰਦੇ ਵੀ ਨਹੀਂ ਹੁਣ ਤੇ ਸਜ਼ਾ ਦੇਵਾਂਗੇ? ਜੇ ਸਾਡੇ ਮਨ ਵਿੱਚ ਆਇਆ ਸੀ ਵੀ ਮੈਨੂੰ ਬਖਸ਼ ਦਵੇ, ਤੇ ਉਹਦੇ ਮਨ ਵਿੱਚ ਵੀ ਤੇ ਆਇਆ ਹੀ ਹੋਣਾ ਵੀ ਮੈਨੂੰ ਬਖਸ਼ ਦਵੇ। ਤੇ ਗੁਣ ਦੋਵਾਂ ਕੋਲ ਹੋਣਾ ਚਾਹੀਦਾ ਨਾ ਬਖਸ਼ਣ ਦਾ। ਚਾਹੇ ਸੰਸਾਰਕ ਤੌਰ ਤੇ ਕੋਈ ਨਾਤਾ ਹੈ, ਖਿਮਾ ਕਰਨ ਦਾ ਗੁਣ ਵੀ ਹੋਣਾ ਲਾਜ਼ਮੀ ਹੈ। ਹੁਣ ਜੇ ਆਪਾਂ ਪਤੀ ਪਤਨੀ ਦੇ ਸੰਬੰਧ ਦੀ ਗੱਲ ਕਰਾਂਗੇ, ਪਤਨੀ ਕੋਈ ਭੁੱਲ ਕਰ ਬੈਠੇ ਤੇ ਪਤੀ ਉਹਨੂੰ ਮਾਫ ਨਾ ਕਰੇ, ਤੇ ਪਤੀ ਕੋਲੋਂ ਭੁੱਲ ਹੋ ਜਾਏ, ਉਹ ਆਖੇ ਵੀ ਮੈਨੂੰ ਮਾਫ ਕਰ ਦੇ, ਤੇ ਮਨ 'ਚ ਸੋਚ ਕੇ ਬੈਠਾ ਹੋਵੇ ਵੀ ਮੈਨੂੰ ਮਾਫ ਕਰ ਹੀ ਦੇਣਾ। ਦੋਵਾਂ ਨੂੰ ਇਹ ਗੁਣ ਅਪਣਾਉਣਾ ਪਏਗਾ। ਫਿਰ ਮਿਠਾਸ ਭਰਿਆ ਜੀਵਨ, ਜ਼ਿੰਦਗੀ, ਜ਼ੁਬਾਨ ਮਿਠਾਸ ਭਰੀ। ਇਸੇ ਤਰ੍ਹਾਂ ਇਹ ਜੀਵਨ ਦੇ ਅੰਦਰ 3 ਗੁਣਾਂ ਦਾ ਹੋਣਾ ਲਾਜ਼ਮੀ ਹੈ, ਜਿਹਨੂੰ ਬਾਪੂ ਜੀ ਨੇ ਅੱਜ ਆਖਿਆ। ਕਹਿੰਦੇ ਉਹ ਪਰਮੇਸ਼ਵਰ ਜੀ ਨੇ ਜਿਨ੍ਹਾਂ ਨੂੰ ਹੁਕਮ ਮਨਾ ਲਿਆ, ਹੁਕਮ ਜਿਨ੍ਹਾਂ ਨੂੰ ਮਨਾਇਆ, 3 ਅੰਤਰ ਸ਼ਬਦ ਵਸਾ। ਉਹਨਾਂ ਦੇ ਅੰਦਰ ਉਹ ਜੀਵਨ ਜਾਚ ਵਸ ਗਈ ਜਿਹੜੀ ਜੀਵਨ ਜਾਚ ਖਸਮ ਨੇ ਦਿੱਤੀ, ਮਾਲਕ ਨੇ ਜਿਹੜਾ ਸ਼ਬਦ ਦਿੱਤਾ। ਸ਼ਬਦ ਮਤਲਬ ਗਿਆਨ। ਜਿਹੜਾ ਗਿਆਨ ਖਸਮ ਨੇ ਦਿੱਤਾ ਨਾ, ਉਹਨਾਂ ਦੇ ਜੀਵਨ ਚੋਂ ਝਲਕ ਪਿਆ। ਹੁਣ ਖਿਆਲ ਕਰੋ, ਸੰਸਾਰਕ ਤੌਰ ਤੇ ਇੱਕ ਪੱਖ ਰੱਖਦਾ ਚੱਲਾਂ। ਜਦੋਂ ਬਾਪੂ ਜੀ ਕੀ ਬਾਣੀ ਪੜ੍ਹਦੇ ਆ ਨਾ, ਉਦੋਂ ਆਪਾਂ ਅਕਸਰ ਇਹ ਵਿਚਾਰ ਸਾਂਝੀ ਕਰੀਦੀ ਹੈ, ਏਕ ਜੋਤ ਦੋਏ ਮੂਰਤੀ ਧਨ ਪਿਰ ਕਹੀਏ ਸੋਏ। ਉਦੋਂ ਸੰਬੰਧ ਪਤੀ ਤੇ ਪਤਨੀ ਦਾ ਬਣਦਾ ਜਦੋਂ ਸੋਚ ਇੱਕ ਹੋ ਜਾਂਦੀ। ਫਿਰ ਨਾ ਪਤਨੀ ਦੀ ਪਸੰਦ ਨਾ ਪਸੰਦ ਪਤੀ ਨੂੰ ਪਤਾ, ਤੇ ਪਤੀ ਦੀ ਪਸੰਦ ਨਾ ਪਸੰਦ ਪਤਨੀ ਨੂੰ ਪਤਾ। ਤੇ ਜੇ ਕਿਤੇ ਉਹ ਬਾਹਰ ਵੀ ਜਾਣ ਨਾ, ਕਿਤੇ ਰਿਸ਼ਤੇਦਾਰ ਸਾਕ ਸੰਬੰਧੀਆਂ ਕੋਲ ਵੀ ਚਲੇ ਜਾਣ, ਉੱਥੇ ਜਾ ਕੇ ਪਤਨੀ ਕਹਿ ਦਿੰਦੀ ਵੀ ਇਹਨਾਂ ਨੂੰ ਇਹ ਪਸੰਦ ਨਹੀਂ। 3 ਅੰਤਰ ਸ਼ਬਦ ਵਸਾਇਆ। ਅੰਦਰੋਂ ਜੀਵਨ ਜਾਚ ਕਿਹੜੀ ਨਜ਼ਰ ਆਉਂਦੀ ਹੈ ਹੁਣ? ਜੋ ਖਸਮ ਨੂੰ ਚੰਗੀ ਲੱਗਦੀ ਹੈ। ਬਾਪੂ ਜੀ ਨੇ ਕਿਹਾ ਹੁਕਮ ਜਿਨ੍ਹਾਂ ਨੂੰ ਮਨਾਇਆ, ਜਿਨ੍ਹਾਂ ਨੂੰ ਹੁਕਮ ਉਹਨੇ ਮਨਾ ਲਿਆ। 3 ਅੰਤਰ ਸ਼ਬਦ। ਹੁਣ ਸ਼ਬਦ ਦਾ ਮਤਲਬ ਗਿਆਨ, ਗਿਆਨ ਮਤਲਬ ਜੋ ਰੱਬ ਜੀ ਨੂੰ ਭਾਉਂਦਾ ਹੈ ਉਹੀ ਹੁਣ ਜ਼ਿੰਦਗੀ ਚੋਂ ਨਜ਼ਰ ਆਉਂਦਾ ਹੈ। ਤੇ ਜਿਹੜਾ ਰੱਬ ਜੀ ਨੂੰ ਨਹੀਂ ਭਾਉਂਦਾ, ਜੀਵ ਇਸਤਰੀ ਉੱਥੇ ਹੀ ਕਹਿ ਦਿੰਦੀ ਇਹ ਮੇਰੇ ਖਸਮ ਨੂੰ ਚੰਗਾ ਨਹੀਂ ਲੱਗਦਾ। ਜੀਵਨ ਜਾਚ ਉਹ ਨਜ਼ਰੀ ਆ ਰਹੀ ਹੈ। ਤੇ ਫਿਰ ਸਹੀਆਂ ਸੇ ਸੁਹਾਗਣੀ। ਹੁਣ ਉਹ ਸਾਰੀਆਂ ਸੁਹਾਗਣੀਆਂ ਜੀਵ ਇਸਤਰੀਆਂ ਸਖੀਆਂ ਬਣ ਕੇ ਬੈਠੀਆਂ, ਜਿਹੜੀਆਂ ਹੁਣ ਕੀ ਕਹਿੰਦੀਆਂ, ਆਵੋ ਭੈਣੇ ਗਲ ਮਿਲੇ, ਅੰਕ ਸਹੇਲੜੀਆਂ ਮਿਲ ਕੇ ਕਰੇ ਕਹਾਣੀਆਂ, ਸਮਰੱਥ ਕੰਤ ਕੀਆਂ। ਹੁਣ ਉਹ ਇਹ ਕਹਿੰਦੀਆਂ ਵੀ ਆਓ ਆਪਾਂ ਬਹਿ ਕੇ ਆਪਣੇ ਖਸਮ ਦੀਆਂ, ਆਪਣੇ ਕੰਤ ਦੀਆਂ ਬਾਤਾਂ ਪਾਈਏ। ਫਿਰ ਬਾਪੂ ਜੀ ਆਖਦੇ ਇਹ ਸਾਰੀਆਂ ਉਹ ਜੀਵ ਇਸਤਰੀਆਂ ਨੇ। ਹੁਣ ਇਹਨਾਂ ਦੀ ਜਿਹੜੀ ਮੰਡਲੀ ਹੈ ਨਾ, ਮੰਡਲੀ ਮਤਲਬ ਇਕੱਠ ਹੈ ਜਿਹੜਾ ਇਹਨਾਂ ਦਾ, ਹੁਣ ਇਹਨਾਂ ਦੇ ਇਕੱਠ 'ਚ ਕੀ ਹੋਏਗਾ? ਸਾਰੀਆਂ ਸੁਹਾਗਣੀਆਂ ਹੀ ਆਉਣਗੀਆਂ। ਤੇ ਸਾਰੀਆਂ ਸੁਹਾਗਣੀਆਂ ਕਿਹੜੀਆਂ ਹੋਣਗੀਆਂ? ਜਿਨ ਸ਼ਹ ਨਾਲ ਪਿਆਰ ਜੀਓ, ਜਿਨ੍ਹਾਂ ਦਾ ਖਸਮ ਨਾਲ ਪ੍ਰੇਮ ਹੋਏਗਾ। ਕਿਉਂਕਿ ਸਾਰੀਆਂ ਇੱਕ ਸੋਚ ਵਾਲੀਆਂ ਨੇ। ਸਤ ਸੰਗਤ ਰੂਪ ਇਸਤਰੀਆਂ ਜਾਂ ਸਤ ਸੰਗੀ ਜਨ ਕਹਿ ਲਈਏ, ਸਾਰੇ ਇੱਕੋ ਸੋਚ ਵਾਲੇ। ਇਕੱਤਰਤਾ ਹੀ ਉੱਥੇ ਹੋਣੀ ਜਿੱਥੇ ਸੋਚ ਇੱਕ ਹੋਏਗੀ, ਮੋਟਿਵ ਇੱਕ ਹੋਏਗਾ। ਜਿੱਥੇ ਮੋਟਿਵ ਇੱਕ ਨਹੀਂ, ਉੱਥੇ ਇਕੱਤਰਤਾ ਨਹੀਂ ਹੋਣੀ। ਉੱਥੇ ਇਕੱਠ ਤੇ ਹੋ ਜਾਏਗਾ, ਪਰ ਉਹ ਇਕੱਠ ਬਹੁਤਾ ਚਿਰ ਨਹੀਂ ਹੋਏਗਾ, ਉਹ ਖਿੱਲਰ ਜਾਣਾ, ਕਿਉਂਕਿ ਮੋਟਿਵ ਇੱਕ ਨਹੀਂ ਹੈ, ਸੋਚ ਇੱਕ ਨਹੀਂ ਹੈ। ਜਿੱਥੇ ਸੋਚ ਇੱਕ ਹੋਏਗੀ ਉੱਥੇ ਇਕੱਠ ਵੀ ਹੋਏਗਾ, ਇਕੱਤਰਤਾ ਵੀ ਹੋਏਗੀ, ਨਤੀਜਾ ਵੀ ਨਿਕਲੇਗਾ। ਤੇ ਬਾਪੂ ਜੀ ਨੇ ਕੀ ਆਖਿਆ? ਕਹਿੰਦੇ ਜਿਨ੍ਹਾਂ ਜੀਵ ਇਸਤਰੀਆਂ ਨੇ ਆਪਣੇ ਖਸਮ ਦਾ ਜੀਵਨ ਜਾਚ ਨੂੰ ਆਪਣੀ ਜ਼ਿੰਦਗੀ 'ਚ ਵਸਾ ਲਿਆ ਨਾ, ਉਹਨਾਂ ਦਾ ਆਪਣੇ ਖਸਮ, ਆਪਣੇ ਮਾਲਕ ਪਰਮੇਸ਼ਵਰ ਦੇ ਨਾਲ ਪ੍ਰੇਮ ਵੀ
बन गया। जिन्ना भाणे का रस आया, तिन विचों भरम चुकाया। नानक सतगुर ऐसा जानिए, जो सब से लय मिलाए जियो। जिथों आरंभता कीती सी मालिक ने क्या सी, ਇਹ जगत भरम भुलाया। अखीर ते आके गुरु साहब ने नतीजा कढ़ के दिता। बापू जी कहते जिन्ना भाणे का रस आया, बड़ा औखा है, पर जिन्ना नूं आ गया, भाणे दा रस आ गया, तिन विचों भरम चुकाया। ਇਹ जगत भरम भुलाया, पर तिन विचों भरम चुकाया। किन्ना नूं? जिन भाणे का रस आया। जिन्हां नूं भाणे दा रस आ गया, उन्हां ने भरम चुका लिया, नहीं ते बाकी सारा जगत भरम भुलाया। ਉਹ ਆਪੋ ਤੁਧ ਖਵਾਇਆ। ਜਿਨ੍ਹਾਂ ਨੂੰ ਖੁਆਰ ਕੀਤਾ ਉਹ ਭਰਮ ਵਿੱਚ ਨੇ, ਤੇ ਬਾਪੂ ਜੀ ਕਹਿੰਦੇ ਜਿਨ੍ਹਾਂ ਨੂੰ ਭਾਣੇ ਦਾ ਰਸ ਆ ਗਿਆ ਉਹ ਖੁਆਰ ਨਹੀਂ ਹੋਏ, ਉਹਨਾਂ ਨੇ ਭਰਮ ਗਵਾ ਲਿਆ। ਤੇ ਉਹਨਾਂ ਦੇ ਭਰਮ ਜਾਣ ਦਾ ਸਭ ਤੋਂ ਵੱਡਾ ਕਾਰਨ ਨਾਨਕ ਸਤਿਗੁਰ ਐਸਾ ਜਾਣੀਐ। कैसा? भूले मार्ग जिन्हें बताया। भटकना तो ही सीधे राह ते पाया ना, ते भूले मार्ग जिन्हें बताया, ऐसा गुर वड भागी पाया। जिन्हों बापू जी ने आख्या जैसा सतगुर सुनीदा, तैसो ही मैं डीठ। विछड़िया मेले प्रभु हर दरगह का बसीठ। हर नामो मंत्र दृढ़ाएंदा, कट्टे हौ मैं रोग। नानक सतगुर तिना मिलाया, जिन्ना धुरे पाया संजोग। नानक सतगुर ऐसा जानिए। कैसा जानिए? जो सब सह लय मिलाए जी, जिहड़ा सारियां दा मिलाप करा। गल ते इह है, बापू जी ने आख्या हर दरगाह का बसीठ। बसीठ दा काम की हुंदा? मिलाप करवाउणा। विचोले दा काम की हुंदा? मिलाप करवाउणा। ते बापू जी कहंदे ਉਹ ਖਸਮ परमेश्वर ते असीं जीव इस्त्रियां, ते साडा विचोला कौन है? गुरु। मिलाप किन्ने करवाउणा? गुरु ने। पर किवें होएगा? जदों इहदे अनुसार ही चलांगे। ख्याल रखो, संसारक तौर ते विचोलगा भावें विच ओला रख जांदा है, इहदे च कोई दो रावा नहीं, पर एक गुरु ऐसा है जिहड़ा ओला ते रखदा है। ओला ते रखदा है, ये नहीं भी ओला नहीं रखदा, पर जीव इस्त्री वेख के ओला रखदा है। क्योंकि संसारक तौर ते अज दे समय च असीं कह सकदे ना भी सिर्फ माया दा लोभ है, इदों वध के कुछ नहीं। भी सानू माया मिलनी चाहिए, साडा जिहड़ा मोटिव है वो सिर्फ ये है भी असीं एक बारी रिश्ता करवाउणा, उदों बाद च निभे ना निभे सानू कोई मतलब नहीं, सानू साडे तक मतलब है। अज दा जो बिहेव, जो अज दे हालात चल रहे, पर अज दे समय च सारे इक्को जिहे नहीं कह सकते। कुछ ऐसे भी ने जिहड़े कहिंदे भी असीं ना ते उधरों ओला रखना ते ना इधरों, असीं ते तुहानू आमो सामने बिठा देना है, अगे मर्जी तुहाडी, चंगा लगे ते रिश्ता जोड़ लिओ, ना चंगा लगे ते ना जोड़िओ। बस इउं कह लो भी गुरु ऐसा ही विचोला है जिहड़ा सानू ते साडे परमेश्वर खसम नू साडे सामने बिठा दिंदा। पर एक उपकार वो साडे ते करदा है, वो साडे सारे औगणां ते पर्दा पा दिंदा। साडे सारे औगणां ते पर्दा पा दिंदा। पर पहलों जीव इस्त्री नू वेखदा है भी इहदे औगणां ते पर्दा पाया, इहदा खसम नाल प्रेम बन जाएगा। जे मैं इहदे औगणां ते पर्दा पावां कि उदों बाद विच इहदे खसम नाल प्रेम बन जाएगा। जे ना बनिया तो हो सकदा गुरु पर्दा भी ना पावे। जिवें आपां बचन पढ़ के आए बापू जी का, पिछले औगण बख्श लए प्रभ आगे मार्ग पावे।
ਉਹਨੇ ਪਿਛਲੇ ਸਾਰੇ ਬਖਸ਼ ਲਏ। ਕਿਉਂ? ਕਿਉਂਕਿ ਉਹਨੂੰ ਪਤਾ ਵੀ ਇਹਨੇ ਅਗਾਂਹ ਤੋਂ ਹੁਣ ਸਿੱਧੇ ਰਸਤੇ ਤੁਰ ਪੈਣਾ। ਪਹਿਲਾਂ ਗੁਰੂ ਨੇ ਇਹੀ ਵੇਖਿਆ ਨਾ, ਪਹਿਲੋਂ ਕੀ ਵੇਖਿਆ ਵੀ ਉਹਨੇ ਔਗਣ ਬਖਸ਼ ਲਏ, ਬਖਸ਼ ਕੇ ਉਹਨੇ ਸਤ ਸੰਗਤ ਨਾਲ ਰਲਾ ਲਿਆ। ਸਤ ਸੰਗਤ ਨਾਲ ਰਲਾ ਕੇ ਵੀ ਇਹ ਹੁਣ ਚੰਗੇ ਗੁਣਾਂ ਦਾ ਪਾਤਰ ਬਣ ਗਿਆ। ਔਗਣ ਪਿਛਲੇ ਸਾਰੇ ਬਖਸ਼ ਤੇ। ਪਰ ਜੇ ਅਸੀਂ ਬਖਸ਼ਾ ਕੇ ਔਗਣ ਫਿਰ ਉਹੀ ਕਰਮਾਂ ਤੇ ਉਤਰੇ ਆਵਾਂਗੇ, ਫਿਰ ਖਸਮ ਨਾਲ ਨਹੀਂ ਨਿਭਣੀ, ਫਿਰ ਮਾਲਕ ਨਾਲ ਨਹੀਂ ਨਿਭਣੀ। ਮਾਲਕ ਨਾਲ, ਪ੍ਰਭੂ ਨਾਲ, ਖਸਮ ਨਾਲ ਤੇ ਉਦਣ ਨਿਭੇਗੀ ਵੀ ਜੇ ਮੇਰੇ ਗੁਰੂ ਨੇ ਮੇਰੇ ਔਗਣਾਂ ਤੇ ਪਰਦਾ ਪਾਇਆ ਤੇ ਹੁਣ ਮੈਂ ਉਹਨਾਂ ਔਗਣਾਂ ਤੇ ਪਿਆ ਪੜਦਾ, ਉਸ ਪਰਦੇ ਸਮੇਤ ਹੀ ਔਗਣ ਛੱਡਦੇ ਆ। ਹੁਣ ਜ਼ਿੰਦਗੀ 'ਚ ਗੁਣ ਗੁਣ ਹੋਣ, ਬਸ ਸਿਰਫ ਭਲੇ ਗੁਣ ਹੀ ਹੋਣ ਜੀਵਨ। ਜਦੋਂ ਭਲੇ ਗੁਣ ਹੋਣਗੇ ਜੀਵਨ 'ਚ, ਮੇਰੇ ਗੁਰੂ ਨੇ ਜੋ ਰਿਸ਼ਤਾ ਸਾਡਾ ਤੇ ਸਾਡੇ ਪਰਮੇਸ਼ਵਰ ਦਾ ਬਣਾਇਆ ਸੀ ਨਾ, ਉਹ ਪ੍ਰੇਮ ਸਦੀਵ ਬਣਿਆ ਰਹੇਗਾ। ਕਿਉਂਕਿ ਜ਼ਿੰਦਗੀ 'ਚੋਂ ਹੁਣ ਚੰਗੇ ਗੁਣ ਨਜ਼ਰ ਹੀ ਪੈ ਰਹੇ। ਪਰ ਕਿਤੇ ਇਹ ਨਾ ਹੋਏ ਵੀ ਗੁਰੂ ਪਰਦਾ ਪਾ ਕੇ ਔਗਣਾਂ ਨੂੰ ਕੱਜੇ, ਢੱਕ ਲਏ, ਤੇ ਮੁੜ ਜਦੋਂ ਖਸਮ ਨਾਲ ਪ੍ਰੇਮ ਦੀ ਵਾਰੀ ਆਏ, ਪਿਆਰ ਦੀ ਵਾਰੀ ਆਏ, ਤੇ ਅਸੀਂ ਆਪਣੇ ਔਗਣਾਂ ਦਾ ਫਿਰ ਉਸੇ ਤਰ੍ਹਾਂ ਹੀ ਪ੍ਰਗਟਾਵਾ ਕਰ ਦਈਏ। ਇਹ ਤੇ ਨਹੀਂ ਵੀ ਸਾਡੇ ਖਸਮ ਨੂੰ ਪਤਾ ਨਹੀਂ ਵੀ ਅਸੀਂ ਔਗਣਾਂ ਨਾਲ ਭਰੇ ਆ। ਜਾਣਦਾ ਤੇ ਉਹ ਹੈ, ਪਰ ਗੁਰੂ ਸਾਡਾ ਵਿਚੋਲਾ ਬਣ ਕੇ ਫਿਰ ਵੀ ਸਾਡਾ ਸੰਬੰਧ ਪਰਮੇਸ਼ਵਰ ਨਾਲ ਜੋੜਦਾ। ਕਿਤੇ ਇਹ ਨਾ ਹੋਵੇ ਜਿਹੜਾ ਬਚਨ ਗੁਰੂ ਨਾਨਕ ਸਾਹਿਬ ਨੇ ਆਖਿਆ ਨਾ, ਗੱਲੀਂ ਅਸੀਂ ਚੰਗੀਆਂ, ਆਚਾਰੀ ਬੁਰੀਆਂ, ਮਨੋਂ ਕਸੁੱਧਾਂ ਕਾਲੀਆਂ, ਬਾਹਰੋਂ ਚਿਤਵੀਆਂ, ਰੀਸਾਂ ਕਰੈ ਤਨਾੜੀਆਂ, ਜੋ ਸੇਵੈ ਦਰ ਖੜੀਆਂ, ਨਾਲ ਖਸਮੈ ਰੱਤੀਆਂ, ਮਾਣੈ ਸੁਖ ਰਲੀਆਂ। ਰੀਸਾਂ ਭਾਵੇਂ ਉਹਨਾਂ ਦੀਆਂ ਹੋਣ ਤੇ ਗੱਲਾਂ ਸਾਡੇ ਕੋਲ ਬਹੁਤ ਵਧੀਆ ਵਧੀਆ, ਤੇ ਆਚਾਰ ਸਾਡਾ ਬੁਰਾ ਹੋਵੇ, ਤੇ ਕੀ ਹੋਏਗਾ? ਕਿੰਨਾ ਕੁ ਚਿਰ ਖਸਮ ਨਾਲ ਨਿਭ ਜਾਏਗੀ? ਮਾਲਕ ਪ੍ਰਭੂ ਜੀ ਨਾਲ ਕਿੰਨਾ ਕੁ ਚਿਰ ਨਿਭੇਗੀ? ਮਾਲਕ ਕਹਿੰਦੇ ਆਚਾਰੀ ਬੁਰੀਆਂ ਦੀ ਬਹੁਤਾ ਚਿਰ ਨਿਭਣੀ ਨਹੀਂ, ਗੱਲਾਂ ਨਾਲ ਤੇ ਬਹੁਤ ਨੇ ਜਿਹੜੇ ਆਪਣੇ ਆਪ ਨੂੰ ਚੰਗਾ ਸਾਬਿਤ ਕਰਦੇ ਨੇ। ਪਰ ਜਦੋਂ ਆਚਾਰ ਦੀ ਵਾਰੀ ਆਉਂਦੀ ਤੇ ਉਸ ਵਕਤ ਜੀਵਨ ਵਿੱਚ ਕੋਈ ਬਹੁਤਾ ਗੁਣ ਨਜ਼ਰੀ ਨਹੀਂ ਪੈਂਦਾ। ਅੱਜ ਬਾਪੂ ਜੀ ਨੇ, ਗੁਰੂ ਨਾਨਕ ਸਾਹਿਬ ਜੀ ਨੇ ਇਸੇ ਪੱਖ ਨੂੰ ਸਮਝਾਇਆ। ਅਸੀਂ ਜੀਵ ਇਸਤਰੀਆਂ ਹਾਂ, ਹੁਣ ਨਿਰਭਰ ਸਾਡੇ ਤੇ ਕਰਦਾ ਵੀ ਅਸੀਂ ਸੁਹਾਗਣੀਆਂ ਬਣ ਕੇ ਜੀਵਨ ਗੁਜ਼ਾਰਨਾ ਜਾਂ ਦੁਹਾਗਣ ਬਣ ਕੇ ਦੁੱਖਾਂ ਦੇ ਵਿੱਚ ਆਪਣੀ ਜ਼ਿੰਦਗੀ ਨੂੰ ਬਤੀਤ ਕਰਨਾ। ਗੁਰੂ ਹੈ ਜਿਨ੍ਹਾਂ ਸਾਨੂੰ ਭਟਕਿਆਂ ਹੋਇਆਂ ਨੂੰ ਸਿੱਧੇ ਰਸਤੇ ਤੇ ਤੋਰਨਾ, ਮਾਰਗ ਤੇ ਪਾ ਕੇ ਸਾਡੇ ਵਿਚਲਾ ਭਰਮ ਜੋ ਹੈ ਉਸ ਭਰਮ ਨੂੰ ਤੋੜਨਾ ਹੈ। ਉਸ ਗੁਰੂ ਦਾ ਆਸਰਾ ਲੈ ਕੇ ਕਿਤੇ ਅਸੀਂ ਆਪਣੇ ਜੀਵਨਾਂ ਵਿਚਲਾ ਭਰਮ ਖਤਮ ਕਰ ਲਈਏ, ਤਾਂ ਜੋ ਸੁਹਾਗ ਭਾਗ ਵਾਲੀਆਂ ਬਣ ਕੇ ਖਸਮ ਨੂੰ ਪਾ ਜਾਈਏ। ਇਸੇ ਕਰਕੇ ਬਾਪੂ ਜੀ ਆਖਦੇ, ਐਸੇ ਗੁਰ ਕੋ ਬਲ ਬਲ ਜਾਈਐ, ਐਸੇ ਗੁਰ ਕੋ ਬਲ ਬਲ ਜਾਈਐ, ਗੁਰ ਕੋ ਬਲ ਬਲ ਜਾਈਐ, ਐਸੇ ਗੁਰ ਕੋ ਬਲ ਬਲ ਜਾਈਐ। ਗੁਰ ਕੋ ਬਲ ਬਲ ਜਾਈਐ, ਐਸੇ ਗੁਰ ਕੋ ਬਲ ਬਲ ਜਾਈਐ, ਗੁਰ ਕੋ ਬਲ ਬਲ ਜਾਈਐ, ਐਸੇ ਗੁਰ ਕੋ ਬਲ ਬਲ ਜਾਈਐ। ਆਪ ਮੁਕਤ ਮੋਹਿ ਤਾਰੈ, ਆਪ ਮੁਕਤ ਮੋਹਿ ਤਾਰੈ,
आप मुकत मोहे तारै, आप मुकत मोहे तारै। गुर कौ बल बल जाइए, ऐसे गुर कौ बल बल जाइए। गुर कौ बल बल जाइए, ऐसे गुर कौ बल बल जाइए। ਸਤਿਗੁਰੂ ਪਾਤਸ਼ਾਹ ਮਿਹਰ ਕਰਨ, ਸਾਡੇ ਸਭਨਾਂ ਦੀਆਂ ਹਾਜ਼ਰੀਆਂ ਆਪਣੇ ਦਰ ਉੱਤੇ ਪ੍ਰਵਾਨ ਕਰ ਲੈਣ। ਦਰੋਂ ਕਰੋਂ ਗੁਰਸਿੱਖੀ ਜੀਵਨ ਨਾਮ ਦੀਆਂ ਦਾਤਾਂ ਬਖਸ਼ਿਸ਼ ਕਰਕੇ ਨਿਵਾਜਣ, ਤਾਂ ਜੋ ਸਾਡੇ ਵੀ ਇਹ ਲੋਕ ਸੁਖੀਏ ਪਰਲੋਕ ਸੁਹੇਲੇ। ਨਾਨਕ ਹਰ ਪ੍ਰਭ ਆਪੇ ਮੇਲੇ, ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਬਖਸ਼ਣੀ। ਆਓ ਸਤਿਗੁਰੂ ਜੀ ਕੇ ਪਾਵਨ ਬਚਨ ਹਿਰਦੇ ਵਿੱਚ ਵਸਾ ਲਈਏ। ਜਿਨਾ ਭਾਣੇ ਕਾ ਰਸ ਆਇਆ, ਤਿਨ ਵਿੱਚੋਂ ਭਰਮ ਚੁਕਾਇਆ। ਨਾਨਕ ਸਤਿਗੁਰ ਐਸਾ ਜਾਣੀਐ, ਜੋ ਸਭ ਸੈ ਲਏ ਮਿਲਾਏ ਜਿਉ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।